ਹਾਂਜੀ। ਸੋ ਆ ਹੁਣ ਆਪਾਂ ਦੂਸਰਾ ਪਾਰਟ ਸ਼ੁਰੂ ਕੀਤਾ। ਗੱਲ ਹੈ ਕਿ ਇਹ ਦੋ ਗੱਲਾਂ ਸਮਝਣ ਵਾਲੀਆਂ, ਉਹਨਾਂ ਨੂੰ ਸਮਝਾਉਣ ਲਈ ਅੱਗੇ ਜਿਹੜੇ ਅਰਧ ਔਰ ਉਰਧ ਹੈ ਉਹਨਾਂ ਦੀ ਐਕਸਟੈਂਸ਼ਨ ਘੱਟ ਔਰ ਔਕੜ ਚ ਕੀਤੀ ਲੱਗਦੀ ਹੈ। ਔਰ ਇਹ ਰਫ ਡਾਇਗਰਾਮ ਬਣਾਇਆ ਕਿ ਇਹ ਉਹ ਅਵਸਥਾ ਹੈ ਜਦੋਂ ਅਰਧ ਜਿਹੜਾ ਹੈਗਾ ਉਰਧ ਅਵਸਥਾ ਚ ਹੋਇਆ ਹੋਇਆ ਦਿਨ ਰਾਤ ਹੈ। ਹੁਣ ਜੋ ਵੀ ਬੋਲੇਗਾ ਸੱਚਖੰਡ ਵੱਲੋਂ ਬੋਲੇਗਾ। ਜਦੋਂ ਪਹਿਲਾਂ ਉਲਟਿਆ ਹੁੰਦਾ ਹੈਗਾ, ਜਦੋਂ ਮਨ ਮਾਇਆ ਚ ਜੁੜਿਆ ਹੁੰਦਾ ਫੇਰ ਨਹੀਂ ਇਹ ਗੱਲ ਹੁੰਦੀ। ਉਸ ਬੋਲਾਂ ਨੂੰ ਸਿਮਰਤ ਸ਼ਾਸਤਰ ਕਿਹਾ ਜਾਂਦਾ, ਸਾਡੇ ਲਈ ਇੰਪੋਰਟੈਂਸ ਨਹੀਂ ਰੱਖਦੇ। ਆਹ ਵੇਦ ਮਤ ਦਾ ਨਕਸ਼ਾ ਹੈ ਕਿ ਵੇਦ ਮਤ ਵਿੱਚ ਜਿਹੜਾ ਅਰਧ ਹੈ ਉਹ ਉਰਧ ਹੋ ਚੁੱਕਿਆ। ਉਸ ਤੋਂ ਬਾਅਦ ਜੋ ਪਰਮੇਸ਼ਰ ਬੁਲਾਉਂਦਾ ਉਹੀ ਬੋਲਿਆ ਜਾਂਦਾ। ਉਹ ਜਿਹੜਾ ਹੈਗਾ ਉਹਨੂੰ ਭਾਖਿਆ ਚ ਲਿਖਿਆ ਹੋਇਆ। ਉਹ ਭਾਖਿਆ ਦੇ ਕੁਝ ਰੂਲ ਵੀ ਹੈ, ਉਹ ਜਿੰਨੇ ਜਿੰਨੇ ਕੁ ਆਪਾਂ ਨੂੰ ਪਤਾ ਹੈ। ਅਜੇ ਬਹੁਤ ਰੂਲ ਹੈ ਜਿਹੜੇ ਸਾਨੂੰ ਪਤਾ ਵੀ ਨਹੀਂ ਹੋਣੇ, ਉਹ ਆਪਾਂ ਜਿੰਨੇ ਕੁ ਪਤਾ ਆਪਾਂ ਉਨੇ ਕੁ ਸ਼ੇਅਰ ਵੀ ਕਰ ਲਈਦੇ ਆ। ਸੋ ਹੁਣ ਜਿਹੜਾ ਇਹ ਤੋਂ ਅਗਲਾ ਐਸਪੈਕਟ ਹੈਗਾ ਉਹ ਹੈਗਾ ਇਹਦੇ ਰਿਲੇਟਿਡ ਇੱਕ ਘਰ ਵਰਡ ਚੱਲਦਾ, ਘਰ ਘਟ ਦੇ ਰਿਲੇਟਿਡ ਘਰ ਚੱਲਦਾ। ਉਹਦਾ ਵੀ ਥੋੜਾ ਜਿਹਾ ਆਪਾਂ, ਕਿਉਂਕਿ ਇਹ ਆਪਸ ਵਿੱਚ ਇਹਨਾਂ ਦਾ ਕੀ ਕਹਿੰਦੇ ਆ ਸੁਮੇਲ ਹੈ। ਹੁਣ ਘਰ ਮਹਿ ਵਸਤ ਬਾਹਰ ਉੱਠ ਜਾਤਾ, ਹੁਣ ਇਹਦੇ ਚ ਕਾਫੀ ਕੁਝ ਕਹਿ ਗਏ। ਇੱਕ ਤਾਂ ਵਸਤ ਹੈਗੀ ਹੈ, ਇਹ ਚੇਤਨ ਚੀਜ਼ ਹੈ ਕੋਈ। ਸੋ ਇਹ ਜਿਹੜੀ ਚੇਤਨ ਚੀਜ਼ ਹੈਗੀ ਹੈ ਇਹਦੇ ਬਾਰੇ ਸਾਨੂੰ ਜਾਗਰਤ ਹੋਣਾ ਚਾਹੀਦਾ ਵੀ ਇਹ ਵਸਤ ਹੈ ਕੀ। ਇਹ ਘਰ ਦੇ ਵਿੱਚ ਹੈ ਕੋਈ। ਤੇ ਜੀਵ ਦੀ ਸਮੱਸਿਆ ਕੀ ਹੈ? ਬਾਹਰ ਉੱਠ ਜਾਤਾ। ਹੁਣ ਬਾਹਰ ਜਾਣ ਲਈ ਜਿਹੜਾ ਇੱਥੋਂ ਧਿਆਨ ਹੈਗਾ, ਇਹਦਾ ਮਤਲਬ ਆ ਜਿਹੜੀ ਇੱਕ ਸੈਂਟਰ ਪੁਆਇੰਟ ਹੈਗਾ ਇਹਦੇ ਨੂੰ ਰਿਲੇਸ਼ਨ ਦੱਸ ਰਹੇ ਆ ਵੀ ਇਹ ਜਨਰਲੀ ਇੱਧਰ ਨੂੰ ਜਾਂਦਾ। ਇੱਧਰ ਨੂੰ ਜਾਏਗਾ ਤਾਂ ਪਹਿਲਾਂ ਸਭ ਤੋਂ ਪਹਿਲਾਂ ਬ੍ਰੇਨ ਚ ਆ ਜਾਏਗਾ। ਠੀਕ ਹੈ ਜੀ, ਬ੍ਰੇਨ ਚੋਂ ਆਏਗਾ ਫਿਰ ਆਪਣਾ ਜਿਹੜੇ ਗੰਧ ਬਾਕੀ ਰਸ ਹੈ ਉਹ ਉਹਨਾਂ ਦੇ ਨਾਲ ਜੁੜੇਗਾ। ਪਰ ਜਿਹੜੇ ਦੋ ਖਾਸ ਗਿਆਨ ਇੰਦਰੀ ਹੈਗੇ ਆ, ਕੰਨ, ਜਿਹਨਾਂ ਬਾਰੇ ਆਨੰਦ ਬਾਣੀ ਚ ਪੁੱਛਿਆ ਗਿਆ, ਇਹ ਸਰਣੋ ਮੇਰਿਓ ਲਿਖਿਆ, ਕੰਨ ਨਹੀਂ ਲਿਖਿਆ ਕਿਉਂਕਿ ਕੰਨ ਤਾਂ ਦਿਖਦਾ, ਸ਼ਰਵਣ ਅੰਦਰ ਹੈ। ਜਿਹੜਾ 6ਵਾਂ ਘਰ ਹੈ ਉਹਦੇ ਚ ਸ਼ਰਵਣ ਹੈ। ਕੰਨ ਨੇ ਇਨਫੋਰਮੇਸ਼ਨ ਬਾਹਰ ਦਿਖਦੇ ਆ, ਅੰਦਰ ਸ਼ਰਵਣ ਹੈ ਉਹਦੇ, ਜਿਹੜੀ ਚੇਤਨਤਾ। ਤੇ ਇਹ ਨੇਤਰੋ ਵੀ ਲਿਖਿਆ, ਬਾਹਰ ਅੱਖਾਂ ਹੈ, ਅੱਖਾਂ ਦੇ ਪਿੱਛੇ ਜਿਹੜੀ ਚੇਤਨ ਸ਼ਕਤੀ ਉਹਨੂੰ ਨੇਤਰ ਕਿਹਾ ਹੋਇਆ। ਜਦੋਂ ਸਰੀਰ ਛੱਡੇਗਾ ਅੱਖਾਂ ਇੱਥੇ ਰਹਿ ਜਾਣਗੀਆਂ, ਕੰਨ ਵੀ ਇੱਥੇ ਰਹਿ ਜਾਣਗੇ, ਖੋਪੜੀ ਵੀ ਇੱਥੇ ਰਹਿ ਜਾਏਗੀ, ਪਰ ਜੋ ਹੈਗਾ ਨੇਤਰ ਨਾਲ ਚਲੇ ਜਾਣਗੇ ਇਹਦੇ। ਉਹ ਇੱਕੇ ਸਮਝਾਉਣ ਲਈ ਉਹਨਾਂ ਦੇ 5 ਨਾਂ ਦਿੱਤੇ ਹੋਏ ਆ। ਹੈ ਉਹ 6ਵੇਂ ਘਰ ਦੀ ਚੇਤਨਤਾ। ਉਹ 6ਵਾਂ ਘਰ ਵੀ 2 ਹਿੱਸਿਆਂ ਚ ਹੈ, ਜਿਵੇਂ ਆਪਾਂ ਦੱਸਿਆ। 6ਵੇਂ ਚ ਘਟ ਵੀ ਹੈ, 6ਵੇਂ ਚ ਅਵਘਟ ਵੀ ਹੈਗਾ। ਸੋ ਜੇ ਤਾਂ ਅਵਘਟ ਜਾ ਕੇ ਗਾਹਾਂ ਜਾ ਕੇ ਉਸ ਗੱਲ ਨੂੰ ਵਿਚਾਰ ਲਿਆ ਘਟ ਦਾ, ਫਿਰ ਤਾਂ ਉਲਟ ਜਾਂਦਾ। ਜੇ ਗੱਲ ਉੱਥੇ ਹੀ ਛੱਡਤੀ ਫਿਰ ਉਹੀ ਅਵਸਥਾ ਰਹਿੰਦੀ ਹੈ, ਫਿਰ ਮਾਇਆ ਵੱਲੋਂ ਨਹੀਂ ਉੱਠਦਾ। ਤਾਂ ਹੀ ਲਿਖਿਆ ਘਰ ਮਹਿ ਵਸਤ, ਵੀ ਕਿਤੇ ਪਿੱਛੇ ਵਸਤੂ ਪਈ ਹੈ। ਇਹਨੂੰ ਜੇ ਸਮਝਣਾ ਹੋਵੇ ਨਾ, ਇਹ 3 ਡਾਇਮੈਂਸ਼ਨਲ ਥਿੰਗ ਹੈ, ਹੁਣ ਮੇਰੇ ਤੋਂ ਬਣੀ ਨਹੀਂ, ਵੀ ਇਹ ਉਹਦੇ ਪਿੱਛੇ ਹੈ। ਆਹ ਜਿਹੜੀ ਚੀਜ਼ ਹੈਗੀ ਨਾ ਮਾਈਂਡ ਸਾਡਾ, ਇਹਦੇ ਪਿੱਛੇ ਹੈ ਘਰ ਬਿਲਕੁਲ, ਤਾਂ ਹੀ ਇਹਨੂੰ ਦਿਖਦਾ ਨਹੀਂ ਹੈ। ਅੱਗੇ ਨੂੰ ਤਾਂ ਦੇਖ ਰਹੇ ਆ, ਪਰ ਜੋ ਇਹ ਚੀਜ਼ ਇਹਦੇ ਪਿੱਛੇ ਹੈਗੀ ਹੈ, ਇਹ ਛੋਟਾ ਵੀ ਹੈਗਾ ਔਰ ਉਹਦੇ ਵਿੱਚ ਵੀ ਹੈਗਾ ਔਰ ਉਹਦੇ ਪਿੱਛੇ ਵੀ ਹੈ। ਇਹ ਸਮੱਸਿਆਵਾਂ ਇਹਦੀ ਬੇਸਿਕਲੀ ਨਕਸ਼ਾ ਇਹ ਹੈਗਾ। ਇਹ ਘਰ ਮੈਂ ਵਸਤ ਬਾਹਰ ਉੱਠ ਜਾਤਾ, ਜਿਹੜਾ ਜਾਂਦਾ। ਜਾਤਾ ਕੌਣ ਹੁੰਦਾ? ਇਹਦੇ ਪੈਰ ਤਾਂ ਹੈ ਨਹੀਂ, ਇਹਦਾ ਧਿਆਨ ਹੀ ਹੈ। ਆ ਜਿਹੜਾ ਜਾਤਾ ਹੈਗਾ ਨਾ, ਇਹ ਧਿਆਨ ਦੀ ਉਹ ਗੱਲ ਹੈ ਵੀ ਧਿਆਨ ਜਿਹੜਾ ਹੈਗਾ ਉਹਦੀਆਂ 2 ਆਪਸ਼ਨਸ ਹੈ ਜੀਵ ਕੋਲ। ਜਾਂ ਤਾਂ ਘਰ ਦੇ ਵਿੱਚ ਜਾਵੇ ਕਿ ਧਿਆਨ ਪਿੱਛੇ ਨੂੰ ਮੁੜੇ, ਜਾਂ ਫਿਰ ਇਹਦਾ ਜਿਹੜਾ ਹੈਗਾ ਕੀ ਕਹਿੰਦੇ ਆ ਬਾਹਰ ਨੂੰ ਜਾ ਸਕਦਾ, ਔਰ ਬਾਹਰ ਨਹੀਂ ਜਾਏਗਾ ਤਾਂ ਫਿਰ ਅੰਦਰ ਨੂੰ ਜਾਏਗਾ। 2 ਆਪਸ਼ਨਸ ਦੇ ਵਿੱਚ ਇਹਦੀ ਗੱਲ ਜਿਹੜੀ ਹੈਗੀ ਹੈ ਉਹ ਚੱਲਦੀ ਹੈ। ਇਸ ਤਰ੍ਹਾਂ ਆਪਾਂ ਨੂੰ ਸਮਝਾਈ ਹੈ ਗੱਲ। ਉਹਦਾ ਇੱਕ ਥੱਲੇ ਹੋਰ ਆਪਾਂ ਨੂੰ ਦ੍ਰਿੜ ਕਰਾਈ ਹੈ ਗੱਲ ਕਿ ਪ੍ਰਭ ਅਬਨਾਸੀ ਘਰ ਮੈਂ ਪਾਇਆ। ਇਹਦਾ ਮਤਲਬ ਘਰ ਮੈਂ ਪਾਇਆ ਜਿਹੜਾ ਹੈਗਾ ਉਹਦੇ ਪਿੱਛੇ ਘਰ ਹੈਗਾ, ਉਹਦੇ ਘਰ ਮਹਿ ਪਾਇਆ ਲਿਖਿਆ ਇੱਥੇ ਦੇਖੋ। ਜਿਹੜਾ ਵਰਡ ਮਹਿ ਹੈਗਾ, ਇਹਦਾ ਆਪਾਂ ਕਿਹਾ ਸੀ ਨਾ ਵੀ ਜਦੋਂ ਮਹਿ ਆਏਗਾ ਇਹ ਘਰ ਸ਼ਬਦ ਦਾ ਔਂਕੜ ਜਿਹੜਾ ਹੈਗਾ ਉਹ ਹਟ ਜਾਂਦਾ। ਜਿਹੜੇ ਪੜ੍ਹਦੇ ਗ੍ਰਾਮਰ ਉਹਨਾਂ ਨੂੰ ਪਤਾ। ਹੋਰ ਵੀ ਸ਼ਬਦ ਹੈ, ਕੀ ਨਾਲ ਵੀ ਹਟ ਜਾਏਗਾ, ਦੀ ਨਾਲ ਵੀ, ਦਾ ਨਾਲ ਵੀ। ਬਹੁਤ ਜਗ੍ਹਾ ਇਹ ਓਬਵੀਅਸਲੀ ਦਿਖਦਾ ਹੁੰਦਾ, ਜਿਵੇਂ ਇੱਥੇ ਦਿਖ ਰਿਹਾ ਮਹਿ ਨਾਲ ਸ਼ਬਦ ਦਿਖ ਰਿਹਾ, ਪਰ ਬਹੁਤ ਜਗ੍ਹਾ ਇਹ ਬਿਨਾਂ ਉਹ ਤੋਂ ਵੀ ਹੁੰਦਾ।
ਉੱਥੇ ਵੀ ਸਾਨੂੰ ਪਤਾ ਲੱਗ ਜਾਂਦਾ ਵੀ ਇਹ ਇੱਕ ਪ੍ਰਪੋਜੀਸ਼ਨ ਇਹਦੇ 'ਚ ਹਿਡਨ ਹੈ, ਇਹ ਇੱਕ ਗੁਪਤ ਰੂਪ 'ਚ ਚੱਲਦੀ ਹੈ ਇਹਦਾ ਸੰਪਾਦਕੀ ਪਦ, ਇੱਕ ਜ਼ਾਹਰ ਰੂਪ 'ਚ ਚੱਲਦਾ ਹੈ, ਇੱਥੇ ਜ਼ਾਹਰ ਹੈਗਾ। ਸੋ ਜਿਹੜਾ ਪ੍ਰਭ ਹੈ ਅਬਨਾਸੀ ਹੈ, ਜਿਹੜਾ ਇਹਦਾ ਮੂਲ ਹੈ ਉਹ ਤਾਂ ਪਿੱਛੇ ਹੈ, ਉਹਦੇ ਲਈ ਤਾਂ ਇਹਨੂੰ ਫਿਰ ਡਾਇਰੈਕਸ਼ਨ ਆ ਲੈਣੀ ਪਏਗੀ। ਸੋ ਇਸ ਤਰ੍ਹਾਂ ਆਪਾਂ ਨੂੰ ਚਾਹੇ ਦੋ ਪੰਕਤੀਆਂ ਆਪਾਂ ਅਲੱਗ-ਅਲੱਗ, ਇੱਕ ਮਾਝ ਰਾਗ ਦੀ ਪੰਕਤੀ ਹੈ ਕਿ, ਪਰ ਆਪਾਂ ਸਿਰਫ ਇਹ ਪ੍ਰਿੰਸੀਪਲ ਕਲੀਅਰ ਕਰ ਰਹੇ ਹਾਂ ਵੀ ਇਹ ਘਰ ਹੈ ਕੀ, ਘਰ ਦੇ ਵਿੱਚ ਹੁੰਦਾ ਕੀ ਹੈ, ਔਰ ਇਹ ਹੋਰ ਕੀ ਕਰਦਾ ਹੁੰਦਾ ਜੀਵ। ਵਸਤ ਘਰ 'ਚ ਹੁੰਦੀ ਹੈ, ਪਰ ਇਹ ਬਾਹਰ ਨੂੰ ਜਾ ਕੇ ਮਾਇਆ ਦੇ ਵਿੱਚ ਉੱਥੇ ਆਪਣੀ ਐਂਟਰਟੇਨਮੈਂਟ ਭਾਲਦਾ, ਉੱਥੇ ਐਂਟਰਟੇਨਮੈਂਟ ਟੈਂਪਰੇਰੀ ਹੁੰਦੀ ਹੈ, ਉਹ ਚੀਜ਼ਾਂ ਬਾਸੀ ਵੀ ਹੋ ਜਾਂਦੀਆਂ। ਜਿਹੜਾ ਅੰਦਰ ਹੈਗਾ ਇਹਦਾ ਸਾਹਿਬ ਮੇਰਾ ਨੀਤ ਨਵਾਂ, ਉਹਦੇ ਨਾਲ ਜਿੰਨੀ ਇੰਟਰੈਕਸ਼ਨ ਕਰੇਗਾ ਉੱਥੇ ਤਾਂ ਕੁਛ ਨਾ ਕੁਛ ਨਵਾਂ ਹੀ ਲੱਭਣਾ ਇਹਨੂੰ। ਸੋ ਇਹ ਸਾਨੂੰ ਦੱਸਿਆ ਸਮਝਾਇਆ ਹੈ। ਪ੍ਰਭ ਅਬਨਾਸੀ ਇਹਦੀ ਅਵਸਥਾ ਤਾਂ ਹੋਏਗੀ ਜਦ ਇਹ ਜਿਹੜਾ ਹੈਗਾ, ਕਿਉਂਕਿ ਇੱਥੇ ਮੈਂ ਤਾਂ ਐ ਬਣਾਇਆ ਕਿ ਇਹਦੇ 'ਚ ਫਿੱਟ ਨਹੀਂ ਹੋਏਗਾ, ਇਹਦੇ ਬਾਹਰ ਐ ਰਹੇਗਾ ਇਹ। ਤੇ ਜੇ ਥੋੜਾ ਉਲਟ ਜਾਏਗਾ, ਜੇ ਇਹਦੀ ਡਾਇਰੈਕਸ਼ਨ ਆਪਾਂ ਐ ਉਲਟਾ ਲਾਂਗੇ, ਇਹਦਾ ਸਿਰਫ ਸਮਝਣ ਦੀ ਗੱਲਾਂ ਹੈ, ਫਿਰ ਇਹ ਆਲਮੋਸਟ ਇਸ ਫਾਰਮ 'ਚ ਆ ਜਾਂਦਾ, ਵਿੱਚ ਆ ਜਾਂਦਾ ਇਹਦੇ। ਹੁਣ ਕੌਣ ਕਿਹਦੇ ਵਿੱਚ ਹੈ ਇਹਦਾ ਵੀ ਖਿਆਲ ਰੱਖਣਾ ਪਏਗਾ ਆਪਾਂ ਨੂੰ। ਇਹ ਪਹਿਲਾਂ ਜੇ ਬਾਹਰ ਸੀਗਾ, ਬਾਹਰ ਕਿਹੜੀ ਸੈਂਸ ਸੀਗਾ, ਇਹ ਬਾਹਰ ਨੂੰ ਜਾਂਦਾ ਸੀ, ਧਿਆਨ ਇਹ ਜਾਂਦਾ ਸੀ, ਸੀਗਾ ਵਿੱਚ, ਪਰ ਇਹਦਾ ਧਿਆਨ ਇਹ ਉਲਟਣਾ ਸੀ। ਧਿਆਨ ਇਹਦਾ ਬਾਹਰੋਂ ਅੰਦਰ ਆਉਣਾ ਸੀਗਾ, ਅੰਦਰ ਤਾਂ ਵੈਸੇ ਹੀ ਸੀਗਾ ਸ਼ੁਰੂ ਤੋਂ, ਇਹ ਛੋਟਾ ਹੈਗਾ ਉਲਟਾ ਹੈਗਾ, ਅੰਦਰ ਤਾਂ ਇਹ ਘਟਦੇ ਸੀਗਾ ਹੀ ਸੀਗਾ, ਪਰ ਇਹਦਾ ਜਿਹੜਾ ਧਿਆਨ ਸੀ ਉਹ ਘਟ ਦੇ ਜਿਹੜੀ ਐਂਟੀਟੀ ਹੈ, ਜਿਹੜਾ ਘਟ ਦੇ ਵਿੱਚ ਇਹਦੀ ਜਿਹਦੀ ਨੇ ਪੂਜਾ ਕਰਨੀ ਸੀ, ਜਿਹੜਾ ਇਹਦਾ ਸੀਨੀਅਰ ਸੀਗਾ, ਜਿਹੜਾ ਇਹਦਾ ਪ੍ਰਭ ਸੀਗਾ, ਜਿਹੜਾ ਇਹਦਾ ਸਵਾਮੀ ਸੀਗਾ, ਜਿਹੜਾ ਇਹਦਾ ਖਸਮ ਸੀ, ਅਲੱਗ-ਅਲੱਗ ਵਰਡਸ ਆਉਣੇ, ਇਹ ਤੋਂ ਵੱਡੇ ਆ ਉਹ ਸਾਰੇ ਵਰਡ, ਇਹ ਸਭ ਤੋਂ ਛੋਟਾ। ਇਹਨੇ ਘੁੰਮ ਕੇ ਉਹਦੇ ਨਾਲ ਮਿਲਣਾ ਸੀ, ਕਿਉਂਕਿ ਉਹ ਇਹਦੇ ਪਿੱਛੇ ਖੜਾ, ਜਦ ਤੱਕ ਇਹ ਘੁੰਮਦਾ ਨਹੀਂ ਹੈ ਇਹ ਅਵਘਟ ਇਹਦਾ ਫਿਨਿਸ਼ ਨਹੀਂ ਹੁੰਦਾ। ਅਵਘਟ ਦਾ ਮਤਲਬ ਇਹ ਹੈ ਵੀ ਮਾਇਆ ਵੱਲ ਨੂੰ ਸਿੱਧਾ ਹੈ, ਬ੍ਰਹਮ ਵੱਲ ਨੂੰ ਪੁੱਠਾ ਹੈ। ਜਦ ਇਹਦਾ ਧਿਆਨ ਘੁੰਮ ਗਿਆ ਫਿਰ ਇਹ ਉਲਟ ਜਾਂਦਾ। ਇਹਦੇ ਬਾਰੇ ਆਪਾਂ ਨੂੰ ਇਸ਼ਾਰੇ ਹੈ, ਕਦੋਂ ਇਹ ਉਲਟਦਾ, ਕਦੋਂ ਇਹ ਆਪਾਂ ਨੂੰ ਸਮਝ ਆਈ ਹੈ ਪੰਕਤੀ ਆਪਾਂ ਇਹੀ ਜਿਹੀ ਲਈ ਦੀ, ਇਹਦੇ ਵਿੱਚੋਂ ਕਾਫੀ ਕੁਛ ਮਿਲ ਜਾਵੇ। ਹੁਣ ਇੱਥੇ ਵੀ ਤ੍ਰਿਭਵਨ ਮਹਿ ਆ ਗਿਆ, ਦੇਖੋ, ਨਹੀਂ ਤਾਂ ਕੀ ਹੋਣਾ ਸੀ, ਜੇ ਮਹਿ ਨਾ ਹੁੰਦਾ ਇੱਥੇ ਔਂਕ ਲੱਗਣਾ ਸੀ। ਤ੍ਰਿਭਵਨ ਦੇ ਥੋੜੇ ਅਰਥ ਸਮਝਣ ਵਾਲੇ ਹੈ। ਤ੍ਰਿਭਵਨ ਦਾ ਮਤਲਬ ਤੀਜਾ ਹੈ, ਤਿੰਨ ਨਹੀਂ ਹੈ। ਆਪਾਂ ਜੇ ਪੜਾਂਗੇ ਬਹੁਤੇ ਇਹਦੇ ਅਰਥ ਤਿੰਨ ਦੇ ਹੋਏ ਹੋਏ ਹੈ, ਉਹਦੇ ਨਾਲ ਇਹ ਅਨਰਥ ਹੋ ਜਾਂਦੇ ਆ ਫਿਰ ਅੱਗੇ। ਹੁਣ ਇਹਦੇ 'ਚ ਆਪਾਂ ਜਦ ਤੀਜੇ ਦੀ ਗੱਲ ਕਰਾਂਗੇ ਵੀ ਜਿਹੜਾ ਤੀਜਾ ਭਵਨ ਹੈ, ਤੀਏ ਭਵਨ ਵਿੱਚ ਇਹ ਜਿਹਦੀ ਜਿਹੜੀ ਜੋਤ ਹੈ ਉਹ ਇਹਦੀ ਪ੍ਰਾਇਮਰੀ ਚੀਜ਼ ਹੈ, ਉਸ ਜੋਤ ਦੇ ਨਾਲ ਇਹਦਾ ਸੰਪਰਕ ਹੋਣਾ ਚਾਹੀਦਾ। ਤੀਏ ਭਵਨ 'ਚ ਇਹਦੇ ਅੰਦਰ ਇੱਕ ਜੋਤ ਹੈ, ਉਹਦੇ ਨਾਲ ਸੰਪਰਕ ਚਾਹੀਦਾ। ਉਹ ਸੰਪਰਕ ਲਈ ਤੁਹਾਨੂੰ ਸ਼ਬਦ ਚਾਹੀਦਾ, ਗੁਰ ਕਾ ਸ਼ਬਦ ਚਾਹੀਦਾ। ਤ੍ਰਿਭਵਨ ਮਹਿ ਜਾਣਿਆ ਲਿਖਿਆ, ਸਿਰਫ ਨਾ ਇਹ ਦੁਆਪਰ 'ਚ ਜਾਣ ਸਕਦਾ, ਨਾ ਇਹ ਤ੍ਰੇਤੇ 'ਚ ਜਾਣ ਸਕਦਾ। ਜਾਣਨ ਲਈ ਦੇਹ ਚਾਹੀਦੀ ਹੈ। ਦੇਹ ਜਿਹੜੀ ਹੈਗੀ ਹੈ ਉਹ ਅਸਲ ਵਿੱਚ ਵਿਦੇਹੀ ਹੈ, ਜਿਹੜੀ ਦੇਹੀ ਹੈ ਉਹ ਅੰਦਰ ਹੈ, ਉਹਦੇ ਦੋ ਹਿੱਸੇ ਘਟ ਅਵਘਟ ਹੋਏ ਹੋਏ ਹੈ। ਉਹ ਸਾਰਾ ਨਕਸ਼ਾ ਐ ਬਣੇਗਾ ਵੀ ਤੀਏ ਭਵਨ ਦੇ ਵਿੱਚ ਜਦੋਂ ਹੁਣ ਅਸੀਂ ਆਏ ਹੋਏ ਹਾਂ, ਜਿੱਥੇ ਅਸੀਂ ਜਿਹਨੂੰ ਕਲਯੁਗ ਵੀ ਕਹਿੰਦੇ ਆ, ਇਹਦੇ ਵਿੱਚ ਜਾਣਨ ਦੀ ਪੋਸੀਬਿਲਿਟੀ ਹੈ। ਸੱਤ ਜਿਹੜਾ ਯੁੱਗ ਹੈ ਉਹਦੇ ਵਿੱਚ ਤਾਂ ਜਾਣਨ ਦੀ ਲੋੜ ਨਹੀਂ, ਉਹਦੇ ਤਾਂ ਜਾਣਕਾਰੀ ਪੂਰੀ ਹੈ। ਜਦੋਂ ਸਤਯੁਗ ਤੋਂ ਥੱਲੇ ਆਉਂਦਾ ਹੈ, ਪਹਿਲਾਂ ਇਹ ਆਉਂਦਾ ਹੈਗਾ ਤ੍ਰੇਤੇ ਵਿੱਚ। ਤ੍ਰੇਤੇ ਵਿੱਚ ਜਿਹੜੀ ਸਾਨੂੰ ਜਾਣਕਾਰੀ ਪੁਰਾਣਾ ਤੋਂ ਮਿਲੀ ਹੋਈ ਹੈ, ਅਸੀਂ ਕਹਿੰਦੇ ਹਾਂ ਵੀ ਹਾਂਜੀ ਰਾਮ ਦਾ ਜਨਮ ਤ੍ਰੇਤੇ ਦਾ, ਇਹ ਆਮ ਸਾਡੇ ਟੀਕਿਆਂ 'ਚ ਵੀ ਲਿਖਿਆ, ਅਸੀਂ ਵੀ ਗੱਲਾਂ ਸੁਣੀਆਂ ਹੋਈਆਂ, ਪਰ ਉਹ ਕਿਹੜਾ ਰਾਮ ਹੈ? ਕਿਆ ਉਹ ਰਾਮ ਦੀ ਜਿਹੜੀ ਗੱਲ ਵੇਦ ਪੁਰਾਣ ਕਰਦੇ ਆ ਉਹ ਹੈ? ਉਹ ਕੱਲਾ ਵੇਦ ਦਾ ਰਾਮ ਹੈ। ਉਹ ਵੇਦ ਦਾ ਰਾਮ ਹੈ, ਉਹਦੇ ਬਾਰੇ ਹੀ ਜਾਣਨਾ। ਜਾਣਨਾ ਕੀ ਨਹੀਂ ਹੈ, ਜਿਹੜਾ ਉਹਦੇ ਚੋਂ ਪੈਦਾ ਹੋਇਆ, ਜਿਹੜਾ ਅਵਘਟ 'ਚ ਬੈਠਾ ਉਹਨੇ ਘਟ ਬਾਰੇ ਜਾਣਨਾ। ਉਹ ਸਿਰਫ ਸਰੀਰ ਵਿੱਚ ਪੋਸੀਬਲ ਹੈ ਜਦ ਆਪਾਂ ਨੂੰ ਆ ਦੇਹ ਮਿਲੀ ਹੋਈ ਹੈ। ਫਿਰ ਕੀ ਹੁੰਦਾ ਜੇ ਜਿਹਨੇ ਜਾਣ ਲਿਆ? ਉਲਟ ਭਈ ਜਿਹੜੀ ਜੋਤ ਸੀ ਬਾਹਰ ਮੁਖੀ ਸੀ ਉਹ ਉਲਟ ਗਈ। ਘਰ ਘਰ ਮੈਂ ਆਣਿਆ। ਸੋ ਇੱਕ ਘਰ ਜਿਹੜਾ ਸੀਗਾ ਛੋਟਾ, ਉਹ ਘਰ ਦੇ ਵਿੱਚ ਆ ਗਿਆ। ਐ ਨਹੀਂ ਵੀ ਉਹ ਘਰ ਤੋਂ ਪਹਿਲਾਂ ਬਾਹਰ ਸੀ,
ਇਹ ਗੱਲ ਦਾ ਵੀ ਆਪਾਂ ਧਿਆਨ ਰੱਖਣਾ, ਕਿਉਂਕਿ ਇਹ ਛੋਟਾ ਹੈਗਾ, ਇਹ ਵਿੱਚੇ ਸੀਗਾ ਪਰ ਵਿੱਚੇ ਇਹਦਾ ਧਿਆਨ ਉਰਦ ਸੀਗਾ। ਉਹ ਜਦੋਂ ਉਲਟਿਆ, ਬੜੀ ਗੱਲ ਕਲੀਅਰ ਲਿਖਦੇ ਆ ਉਹ ਵੀ ਉਲਟ ਪਈ। ਕੀ ਪਈ ਉਲਟ? ਆ ਜਿਹੜੀ ਜੋਤ ਦੀ ਅਵਸਥਾ ਹੈ, ਜਿਹੜੀ ਬਾਹਰਮੁਖੀ ਹੋਈ ਸੀ ਜੋਤ, ਉਹ ਉਲਟ ਗਈ। ਹੁਣ ਉਹਦਾ ਧਿਆਨ ਉਲਟ ਗਿਆ ਜੋਤ ਦਾ। ਉਹ ਆਪਣੇ ਪਿੱਛੇ ਜਿਹਦੇ ਚੋਂ ਇਹ ਪੈਦਾ ਹੋਇਆ ਸੀ ਉਹਦੇ ਚ ਆ ਕੇ ਸਮਾ ਗਿਆ, ਦੁਬਾਰਾ ਇਹ ਆ ਗਿਆ। ਇਹਦਾ ਮਤਲਬ ਘਟ ਦੀ ਗੱਲ ਕੀਤੀ ਹੈ, ਉੱਥੇ ਅਵਘਟ ਸੀ, ਇੱਥੇ ਆ ਜਿਹੜਾ ਘਰ ਹੈਗਾ ਪਹਿਲਾ, ਇਹ ਅਵਘਟ ਦੀ ਸੈਂਸ 'ਚ ਹੈ, ਇਹ ਪਿੱਛੇ ਆਇਆ, ਪਿੱਛੇ ਆ ਕੇ ਉਹਦੇ ਚ ਸਮਾਇਆ। ਇਹ ਗੱਲ ਜੇ ਕਲੀਅਰ ਨਹੀਂ ਹੈਗੀ ਤਾਂ ਆਪਾਂ ਇਹਨੂੰ ਡਿਸਕਸ ਕਰ ਲੈਂਦੇ ਹਾਂ ਕਿ ਕੀ ਮੈਂ ਇਹ ਠੀਕ ਪ੍ਰਿਡਿਕਟ ਕੀਤੀ ਹੈ ਕਿ ਘਰ ਆਹ ਜਿਹੜਾ ਰੈੱਡ ਵਾਲਾ ਇਹ ਛੋਟਾ ਹੈਗਾ ਤਾਂ ਹੀ ਇਹ ਵੱਡੇ ਚ ਆਇਆ। ਤੇ ਇਹਦੇ ਬਾਰੇ ਦੱਸੋ ਵੀ ਕਿਸੇ ਨੇ ਹੋਰ ਆਪਣੀ ਐਡੀਸ਼ਨ ਕਰਨੀ ਹੋਵੇ। ਆਪਾਂ ਇਹਨੂੰ ਗੱਲ ਨੂੰ ਜੇ ਮੰਨਣਾ ਹੈਗਾ ਉਹ ਤੋਂ ਪਹਿਲਾਂ ਵਿਚਾਰ ਜ਼ਰੂਰੀ ਹੈ। ਹਾਂਜੀ ਸੰਦੀਪ ਸਿੰਘ। ਉਸ ਤੋਂ ਬਾਅਦ ਵਾਲੇ ਐਗਜ਼ਾਮਪਲ ਦੇ ਨਾਲ ਇਹ ਗੱਲ ਨਹੀਂ ਠੀਕ ਲੱਗ ਰਹੀ, ਕਿਉਂਕਿ ਗਰਮ ਹੈ ਨੇ ਚ ਘਰ ਨਹੀਂ ਮੈਂ ਤਾਂ ਬੋਲਿਆ ਨਹੀਂ, ਪੰਕਤੀਓ ਨਹੀਂ ਬੋਲੀ ਮੈਂ ਤਾਂ। ਜੇ ਇਹਨੂੰ ਤਾਂ ਤੁਸੀਂ ਸਮਝੋ ਹੈ ਹੀ ਨਹੀਂ ਸਕਰੀਨ ਤੇ ਨਾ, ਇਹਨੂੰ ਨਾ ਸਕਰੀਨ ਤੇ ਸਮਝੋ, ਤਾਂ ਹੀ ਮੈਂ ਗੱਲ ਇੱਥੇ ਰੋਕ ਲਈ। ਇਹ ਉਹ ਤੋਂ ਅਗਲੀ ਅਵਸਥਾ ਫਿਰ ਆ ਨਹੀਂ, ਅਜੇ ਆਪਾਂ ਇਹਦੇ ਤੇ ਨਹੀਂ ਆ ਰਹੀ। ਆਪਾਂ ਸਿਰਫ ਇਹ ਕਹਿ ਰਹੇ ਹਾਂ ਵੀ ਘਰ ਘਰ ਮੈਂ ਆਣਿਆਂ ਦੀ ਅਵਸਥਾ ਕੀ ਹੈ, ਵੀ ਕੀ ਅਵਘਟ ਘਟ ਚ ਸਮਾਇਆ, ਇਹ ਗੱਲ ਹੈ। ਕਿਆ ਕੋਈ ਹੋਰ ਗੱਲ ਹੈ? ਹਾਂਜੀ, ਘਰ ਚੋਂ ਘਰ ਨੂੰ ਗਲੀ ਆਈ ਹੈ ਇੱਕ, ਉਹ ਗਲੀ ਦੇ ਥਰੂ ਆ ਕੇ ਉਹ ਘਰ ਚ ਬਹਿ ਗਿਆ। ਠੀਕ ਹੈ ਜੀ। ਜਦੋਂ ਉਲਟਿਆ ਹੈਗਾ ਘਰ ਤੋਂ ਬਾਅਦ ਬੇਸਿਕਲੀ ਕੋਮਾ ਹੈ ਘਰ। ਹਾਂ, ਘਰ ਘਰ ਮਹਿ ਆਣਿਆ, ਇੱਕ ਘਰ ਦੂਏ ਘਰ ਦੇ ਵਿੱਚ ਆ ਕੇ ਆ ਗਿਆ, ਮਤਲਬ ਸਮਾ ਗਿਆ। ਪਹਿਲਾਂ ਕਿਉਂ ਨਹੀਂ ਸੀ ਸਮਾ ਰਿਹਾ? ਹਾਂਜੀ, ਮਨ ਮਹਿ ਆਪ। ਮਨ ਮਹਿ ਆਪ ਜਦ ਆਪਾਂ ਕਹਿੰਦੇ ਆ, ਉਹਦੇ ਵਿੱਚ ਨਾਲ ਪੰਕਤੀ ਦੂਸਰੀ ਰਿਲੇਟ ਹੋ ਜਾਂਦੀ ਹੈ, ਮਨ ਆਪਣੇ ਮਾਹੇ, ਫੇਰ ਨਾ ਉਹ ਪੂਰਾ ਬਣ ਜਾਂਦਾ। ਦੋ ਅਵਸਥਾਵਾਂ ਹੈਗੀਆਂ, ਇੱਕ ਚ ਅਵਘਟ ਹੈ, ਦੂਏ ਚ ਹੈ ਨਹੀਂ। ਪਰ ਇੱਥੇ ਕੀ ਆ, ਜੇ ਅਵਘਟ ਇਹ ਮੁੱਕਿਆ, ਉਹ ਅਗਲੀ ਪੰਕਤੀ ਜਿਹੜੀ ਹੈ ਉਹ ਤੁਹਾਡਾ ਉਹਦਾ ਦੂਸਰਾ ਪਾਰਟ ਕਲੀਅਰ ਕਰੇਗੀ। ਆਪਾਂ ਮਨ ਮਹਿ ਆਪ, ਪਰ ਜਿਹੜਾ ਮਨ ਮਹਿ ਆਪ ਹੈ ਉਹ ਹੁਣ ਫਿਰ ਬਾਹਰਲਾ ਹੈ ਕਿ ਉਹ ਅੰਦਰਲਾ, ਇਹ ਗੱਲ ਕਲੀਅਰ ਕਰੀਏ। ਕਿਉਂਕਿ ਜਿਹੜਾ ਜਿਹਦੇ ਚ ਸਮਾਇਆ ਹੈ, ਸਮਾਉਣ ਵਾਲਾ ਛੋਟਾ ਹੈ, ਦੂਆ ਵੱਡਾ ਹੈ। ਇਹ ਗੱਲ ਕਲੀਅਰ ਹੈ। ਜਿਹੜਾ ਆਪ ਹੈ, ਜਾਣਨਾ ਤਾਂ ਆਪੇ ਨੂੰ ਹੀ ਹੈ ਨਾ। ਜਾਣਨਾ ਤਾਂ ਆਪਣੇ ਆਪੇ ਨੂੰ ਹੀ ਹੈ, ਪਰ ਉਹ ਕਹਿ ਰਹੇ ਉਹ ਹੈ ਮਨ ਦੇ ਵਿੱਚ ਹੀ ਹੈ। ਨਹੀਂ, ਵਿੱਚ ਦਾ ਸੈਂਸ ਕੀ ਹੈ ਵੀ ਮਨ ਤੋਂ ਛੋਟਾ ਹੈ ਉਹ ਕਿ ਮਨ ਤੋਂ ਵੱਡਾ ਹੈ? ਉਹ ਹਲੇ ਮਨ ਤੋਂ ਛੋਟਾ ਹੈ, ਜਾਣੇ ਤੇ ਉਹ ਮਨ ਤੋਂ ਵੱਡਾ ਹੋ ਜਾਏਗਾ। ਠੀਕ ਹੈ, ਹੋਰ ਕਿਸੇ ਦਾ ਆਈਡੀਆ ਕੋਈ? ਇਹ ਨਾ ਐਕਚੁਅਲੀ ਫਿਜ਼ੀਕਲ ਲਾਜ਼ ਦੇ ਹਿਸਾਬ ਨਾਲ ਸਮਝਣ ਦੀ ਕੋਸ਼ਿਸ਼ ਕਰੋ ਤਾਂ ਫਿਰ ਇਹ ਗੱਲ ਠੀਕ ਨਹੀਂ ਲੱਗ ਰਹੀ। ਵੀ ਹੁਣ ਮਨ ਤੋਂ ਛੋਟਾ ਹੈ, ਹਸਤੀ ਉਸਦੀ ਹਮੇਸ਼ਾ ਵੱਡੀ ਹੈ ਮਨ ਤੋਂ, ਮਨ ਉਹਨੂੰ ਵੱਡਾ ਨਹੀਂ ਮੰਨਦਾ। ਉਹਦਾ ਭਰਮ ਕਿਸੇ ਦੀ ਉਹ ਆ ਰਹੀ ਹੈ ਪਿੱਛੋਂ ਆਵਾਜ਼। ਮੇਰੇ ਕਹਿਣ ਦਾ ਮਤਲਬ ਇਹ ਸੀਗਾ ਕਿ ਇਹ ਅਸੀਂ ਇਹਨੂੰ ਫਿਜ਼ੀਕਲ ਦੇ ਵਿੱਚ ਦੇਖਣ ਦੀ ਕੋਸ਼ਿਸ਼ ਕਰੀਏ ਨਾ ਕਿ ਇਹ ਇਸ ਦੇ ਅੰਦਰ ਹੈ ਕਿ ਉਹ ਉਸ ਦੇ ਅੰਦਰ ਹੈ, ਵੱਡਾ ਛੋਟਾ, ਇਹ ਠੀਕ ਨਹੀਂ ਹੈ। ਮਤਲਬ ਇਹ ਐਗਜ਼ਾਮਪਲ ਪਤਾ ਨਹੀਂ ਹੈ ਸਾਨੂੰ ਇਸ ਤਰ੍ਹਾਂ ਇਸ ਟਰੈਕ ਤੇ ਚੱਲਣਾ ਚਾਹੀਦਾ ਕਿ ਨਹੀਂ। ਮੈਂ ਉਹ ਕਹਿ ਰਿਹਾ ਕਿਸੇ ਦੀ ਤਾਂ ਪਿੱਛੇ ਮਿਊਟ ਹੋਣ ਵਾਲਾ ਤੁਹਾਡਾ ਹੀ ਹੈ, ਆਵਾਜ਼ ਹੈ ਪਿੱਛੇ। ਹਾਂਜੀ, ਮੈਨੂੰ ਵੀ ਇਹ ਪ੍ਰੋਬਲਮ ਆ ਰਹੀ ਹੈ ਕਿ ਠੀਕ ਹੈ, ਸਮਝ ਸਾਨੂੰ ਗੱਲ ਆ ਗਈ, ਪਰ ਥੋੜੀ ਜਿਹੀ ਡੈਪਥ ਹੈ ਉਸ ਗੱਲ 'ਚ। ਆਪਾਂ ਫਿਜ਼ੀਕਲ ਲਾਜ਼ ਨਾਲ ਇਹਨੂੰ ਸਮਝਦੇ ਹਾਂ, ਪਰ ਇੱਥੇ ਬ੍ਰਹਮ ਗਿਆਨ ਦੀ ਜਿਹੜੀ ਗੱਲ ਹੈ ਉਹ ਥੋੜਾ ਜਿਹਾ ਆਪਾਂ ਨੂੰ ਦੱਸਦੀ ਹੈ ਵੀ ਆਪਾਂ ਜੋ ਮੰਨਿਆ ਹੋਇਆ ਸਮਝਣ ਤੱਕ ਠੀਕ ਹੈ, ਵੀ ਆਪਾਂ ਇੱਕ ਨੂੰ ਵੱਡਾ ਮੰਨ ਲਿਆ, ਫਿਰ ਆਪਾਂ ਦੋ ਉਹ ਰੈਫਰੈਂਸ 'ਚ ਦੋ ਇਹ ਗੱਲਾਂ, ਹੈ ਨਾ। ਹਾਂਜੀ ਮਤਲਬ ਕਿਉਂਕਿ ਸਾਰੀ ਗੱਲ ਇਹ ਹੈ ਕਿ ਅਗਰ ਅਸੀਂ ਇਹ ਮੰਨ ਕੇ ਚੱਲੀਏ ਕਿ ਉਹ ਪਿੱਛੇ ਉਸਦਾ ਉਹ ਬੈਠਾ ਉੱਥੇ ਹੀ ਹੈ, ਸਿਰਫ ਸੁੱਤਾ ਹੈ,
ਤੁਹਾਡੀ ਆਵਾਜ਼ ਘਟ ਰਹੀ ਹੈ। ਹਾਂਜੀ, ਤੁਹਾਡੀ ਆਵਾਜ਼ ਜਿਹੜੀ ਹੈ ਥੋੜਾ ਕਨੈਕਸ਼ਨ ਥੋੜਾ ਜਾਂ ਤਾਂ ਰੀਜੁਆਇਨ ਕਰੋ। ਮਤਲਬ ਆਪਾਂ ਨੂੰ ਗੱਲ ਸਮਝ ਆਈ ਹੋਈ ਹੈ, ਇਹ ਗੱਲ ਨਹੀਂ ਹੈ, ਪਰ ਆਪਾਂ ਉਹਨੂੰ ਫਿਜ਼ੀਕਲਿਟੀ ਸਮਝਿਆ ਹੋਇਆ, ਥੋੜੀ ਜਿਹੀ ਗੱਲ ਫਿਜ਼ੀਕਲਿਟੀ ਤੋਂ ਅੱਗੇ ਆ। ਮੇਰਾ ਮਤਲਬ ਇਹੀ ਸੀ ਵੀ ਉਹਨੂੰ ਆਪਾਂ ਰਿਵਾਈਜ਼ ਜਦੋਂ ਬਹਿ ਕੇ ਇਨ ਡੈਪਥ ਸੋਚਾਂਗੇ ਵੀ ਵੱਡਾ ਜਿਹੜਾ ਸੀ, ਵੱਡੇ ਵਿੱਚ ਛੋਟਾ ਹੀ ਆ ਕੇ ਮਿਲਿਆ, ਵੱਡਾ ਉਹਦੇ ਪਿੱਛੇ ਖੜਾ ਸੀ ਤੇ ਉਹ ਛੋਟਾ ਵੱਡੇ ਦੇ ਵਿੱਚ ਵੈਸੇ ਸੀਗਾ ਹੀ ਸੀਗਾ, ਉਹ ਤਾਂ ਬਾਹਰ ਤਾਂ ਸੀਗਾ ਹੀ ਨਹੀਂ ਉਹ ਤੋਂ, ਕਿਉਂਕਿ ਘਟ ਦੇ ਵਿੱਚ ਅਵਘਟ ਹੈ ਨਾ। ਤੇ ਉਹ ਇਸ ਤਰ੍ਹਾਂ ਦੀ ਗੱਲ ਹੈ ਵੀ ਇਹ ਬੁਝਾਰਤ ਹੀ ਹੈ, ਕਹਿਣ ਦਾ ਭਾਵ ਇਹ ਮੈਂ ਕਹਿਣਾ ਚਾਹੁੰਦਾ ਵੀ ਜਿੰਨੀ ਕਿਸੇ ਨੂੰ ਸਮਝ ਆ ਗਈ ਵੈਰੀ ਨਾਈਸ ਹੈ। ਜੇ ਪਤਾ ਲੱਗ ਗਿਆ ਦੋ ਚੀਜ਼ਾਂ, ਇੱਕ ਵੱਡੀ ਹੈ ਇੱਕ ਛੋਟੀ ਹੈ, ਇਹ ਗੁਰਬਾਣੀ ਦਾ ਮੰਨਿਆ ਹੋਇਆ, ਬਾਕੀ ਤੁਹਾਡੀ ਆਪਣੀ ਆਪਣੀ ਅੰਡਰਸਟੈਂਡਿੰਗ ਹੈ, ਉਹ ਠੀਕ ਹੈ, ਮੁਬਾਰਕ ਹੈ ਤੁਹਾਨੂੰ। ਪਰ ਇਹ ਗੱਲ ਆਪਾਂ ਨੂੰ ਮੰਨਣੀ ਪਏਗੀ ਵੀ ਗੁਰਬਾਣੀ ਨੇ ਸਾਨੂੰ ਘਟ ਔਰ ਅਵਘਟ ਦੀ ਥਿਊਰੀ ਦਿੱਤੀ ਹੋਈ ਹੈ। ਠੀਕ ਹੈ ਜੀ। ਹਾਂਜੀ ਹਰਪ੍ਰੀਤ ਸਿੰਘ। ਹਾਂਜੀ ਹਾਂਜੀ ਆਲ ਗੁੱਡ ਵੀਰ ਜੀ। ਠੀਕ ਹੈ ਜੀ। ਅੱਛਾ, ਹੁਣ ਇੱਕ ਹੋਰ ਟਰਮ ਜਿਹੜੀ ਅਗਲੀ ਟਰਮ ਹੈ ਉਹ ਤੋਂ ਵੀ ਅੱਗੇ ਚਲੀ ਜਾਂਦੀ ਹੈ, ਉਹ ਘਰ ਤੋਂ ਵੀ ਅੱਗੇ ਕੋਈ ਗੱਲ ਹੈ। ਇੱਕ ਤਾਂ ਉਲਟ ਕੇ ਘਰ ਘਰ ਚ ਆਇਆ, ਉਹ ਤੋਂ ਕਹਿੰਦੇ ਗਾਹਾਂ ਵੀ ਕੁਛ ਹੈਗਾ ਜਿਹੜਾ ਕਿ ਮਿਸ ਹੋਇਆ ਕੁਛ ਨੂੰ ਪਤਾ ਹੈ। ਜਨਰਲੀ ਇਹ ਗੱਲ ਸੰਗਤ ਚ ਕਦੇ ਨਹੀਂ ਹੋਈ, ਕਿਸੇ ਟੀਕੇ ਚ ਨਹੀਂ ਲਿਖੀ ਗਈ, ਕੋਈ ਕਥਾਕਾਰ ਨਹੀਂ ਕਰਦਾ। ਤਾਂ ਇਹ ਗੱਲ ਸਭ ਤੋਂ ਇੰਪੋਰਟੈਂਟ ਹੈ ਕਿ ਨਿੱਜ ਘਰ ਨੂੰ ਅਸੀਂ ਸਮਝਿਆ ਨਹੀਂ ਹੈ ਵੀ ਨਿੱਜ ਘਰ ਜਿਹੜਾ ਹੈਗਾ ਉਹ ਘਰ ਦੇ ਵੀ ਪਿੱਛੇ ਬੈਠਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਵੀਰ ਜੀ, ਵਾਹ ਖਾਲਸਾ ਫਤਿਹ ਜੀ। ਹਾਂਜੀ, ਇਹ ਵੀ ਜੀ ਜਿਹੜਾ ਘਰ ਔਂਕੜ ਲੱਗਿਆ ਨਾ, ਇਹ ਤੇ ਇੱਕ ਘਰ ਆ ਜਿਹੜਾ ਇੱਕ ਦੀ ਗੱਲ ਕਰਦੇ ਹਾਂ ਆਪਾਂ, ਜਿਹਨੂੰ ਅਸੀਂ ਲੱਭਣਾ ਸੀ, ਜਿਹਨੂੰ ਪਛਾਣਨਾ ਸੀ, ਜਿਹਦੇ ਵਿੱਚ ਆਉਣਾ ਸੀ, ਹੈ ਨਾ। ਇੱਕ ਕਿਆ ਉਲਟ ਪਈ ਘਰ, ਇਹ ਜਿਹੜਾ ਘਰ ਹੈ ਕਿੱਥੇ ਮਿਲਿਆ ਹੈ? ਘਰ ਮੈਂ ਆਣਿਆ, ਜਦੋਂ ਘਰ ਵਿੱਚ ਆ ਗਿਆ ਤਾਂ ਇਹ ਘਰ ਇਸ ਅਵਸਥਾ ਜਿਹੜਾ ਟਿਕਾਓ ਹੈ, ਇੱਥੇ ਆ ਕੇ ਘਰ ਵਿੱਚ ਆ ਕੇ, ਭਾਵ ਇਹ ਅੰਦਰ ਦੀ ਗੱਲ ਜਿਹੜੀ ਘਰ ਦੇ ਵਿੱਚ ਆਉਣਾ ਆ, ਤੇ ਘਰ ਵਿੱਚ ਆਉਣ ਤੇ ਇਹ ਅਵਸਥਾ ਪਈ ਆ ਉਲਟ ਪਈ। ਕਦੋਂ ਪਈ ਆ ਇਹ ਅਵਸਥਾ ਉਲਟੀ? ਕਦੋਂ ਹੈ? ਜਦੋਂ ਘਰ ਵਿੱਚ ਆ ਗਏ ਆ, ਜਦੋਂ ਅੰਦਰ ਆ ਗਏ ਆ, ਜਿੱਥੇ ਮੂਲ ਆ। ਇਹ ਮੈਨੂੰ ਏਦਾਂ ਸਮਝ ਪਈ ਹੈ ਜੀ। ਬਾਕੀ ਠੀਕ ਹੈ ਜੀ। ਉਹ ਮਤਲਬ ਐ ਹੈ ਵੀ ਜਦੋਂ ਉਲਟੀ ਨਾ ਫਿਰ ਘਰ ਚ ਆ ਗਈ, ਗੱਲ ਇਹੀ ਹੈ ਬੇਸਿਕਲੀ। ਉਲਟੀ ਕਾਹਦੇ ਤੋਂ ਹੈ? ਉਲਟੀ ਸੁਰਤ ਮਾਇਆ ਚੋਂ ਜਦੋਂ ਘਰ, ਹੈ। ਹਾਂਜੀ, ਉਹਨੂੰ ਫਿਰ ਜਦ ਪਿੱਛੇ ਘਰ ਵਿੱਚ ਆਉਣ। ਠੀਕ ਹੈ ਜੀ। ਮਤਲਬ ਤੁਸੀਂ ਲਗਭਗ ਗੱਲ ਪਹਿਲਾਂ ਸਮਝ ਗਏ ਹੋ ਵੀ ਦੋ ਘਰ ਹੈ। ਇੱਕ ਤਾਂ ਗੱਲ ਇਹ ਤਾਂ ਕਲੀਅਰ ਹੋ ਗਈ ਨਾ ਆਪਾਂ ਨੂੰ, ਇੱਕ ਨੂੰ ਅਸੀਂ ਅਵਘਟ ਕਿਹਾ ਹੋਇਆ, ਇੱਕ ਨੂੰ ਘਟ ਕਿਹਾ ਹੋਇਆ, ਉਹਦੇ ਹੀ ਰਿਲੇਟਿਡ ਇਹ ਗੱਲ ਚੱਲ ਰਹੀ ਹੈ ਵੀ ਇੱਕ ਅਵਘਟ ਜਿਹੜਾ ਉਹ ਘਟ ਦੇ ਵਿੱਚ ਸਮਾ ਗਿਆ, ਘਟ ਅਜੇ ਹੈਗਾ ਫਿਰ ਜਿਹੜਾ ਅਸਲੀ। ਹਾਂਜੀ, ਜੋ ਘਟ ਵਿੱਚ ਜੋ ਅਸਲੀ ਸਾਡੇ ਵਾਸਤੇ ਜਿੱਥੇ ਆਉਣਾ ਸੀ ਉਹਨੂੰ ਘਟ ਗਿਆ, ਜਿਹੜਾ ਬਾਹਰ ਫਿਰਦਾ ਉਹਨੂੰ ਆਪ ਘਟ ਗਿਆ, ਹਨਾ, ਇਵੇਂ ਕਰਕੇ ਮੰਨ ਲਈਏ। ਹਾਂਜੀ ਹਾਂਜੀ, ਤੇ ਜਿਹੜਾ ਘਰ ਹੈ ਉਹਨੂੰ ਉਸ ਘਟ ਦੀ ਅਵਸਥਾ ਚ ਲਿਆ। ਤੇ ਜਦੋਂ ਉਦੋਂ ਕਦੋਂ ਪਤਾ ਲੱਗਿਆ? ਜਦੋਂ ਉੱਥੇ ਆਏ ਆ, ਘਰ ਮੈਂ ਆਣਿਆ, ਘਰ ਵਿੱਚ ਮੈਂ ਲੱਗਣ ਕਰਕੇ ਘਰ ਦੇ ਰਾਰੇ ਦਾ ਉੱਕੜ ਹਟ ਗਿਆ ਵੀ ਘਰ ਵਿੱਚ ਆ ਕੇ ਹੀ, ਉਸ ਜਗ੍ਹਾ ਤੇ ਆ ਕੇ ਹੀ, ਜਾਂ ਉਧਰ ਵੱਲ ਨੂੰ ਚੱਲ ਕੇ ਹੀ, ਉੱਥੇ ਆ ਕੇ ਹੀ ਇਹ ਗੱਲ ਜਿਹੜੀ ਹੈ ਅਸਲ ਟਿਕਾਣਾ ਆਇਆ ਹੈ, ਜਾਂ ਟਿਕਾਓ ਤੇ ਜਿੱਥੇ ਪਹੁੰਚਣਾ ਸੀ ਮੰਜ਼ਿਲ ਆਈ ਹੈ, ਐਵੇਂ ਕਹਿ ਸਕਦੇ ਹਾਂ ਵੀ ਇੱਕ ਘਰ ਜਿਹੜਾ ਹੈਗਾ ਦੂਏ ਘਰ ਦੇ ਵਿੱਚ ਆ ਗਿਆ, ਛੋਟਾ ਘਰ ਵੱਡੇ ਚ ਸਮਾ ਗਿਆ। ਉਹਦੀ ਆਪਾਂ ਡਿਟੇਲ ਕਰ ਲਾਂਗੇ, ਉਹਦੇ ਬਾਰੇ ਹੋਰ ਕੀ ਕੀ ਲਿਖਿਆ। ਇਹ ਤੋਂ ਤੁਹਾਡੀ ਗੱਲ ਆਪਾਂ ਇੱਥੇ ਪੈਂਡਿੰਗ ਰੱਖਦੇ ਹਾਂ, ਉਹਨੂੰ ਆਪਾਂ ਖੋਲਾਂਗੇ ਜਦ ਆਪਣਾ ਇੱਕ ਹੋਰ ਕਨਸੈਪਟ ਚੱਲੇਗਾ। ਜਦ ਆਪਾਂ ਇਹ ਕਰਨਾ ਅਰਧ ਉਰਧ ਦਾ ਵੀ ਡਿਟੇਲ ਆਪਾਂ ਕਰਨੀ ਹੈ ਪੂਰੀ। ਠੀਕ ਹੈ ਜੀ। ਪਰ ਇੱਥੇ ਜਿਹੜੀ ਅਗਲੀ ਪੰਕਤੀ ਹੈ ਉਹਦੇ ਵਿੱਚ ਇੱਕ ਨਿੱਜ ਘਰ ਇੰਟਰੋਡਿਊਸ ਹੋ ਗਿਆ, ਜਿਹੜਾ ਕਿ ਘਰ ਨਾਲੋਂ ਅਲੱਗ ਹੈ। ਉਹ ਘਰ ਤੋਂ ਉੱਚੀ ਅਵਸਥਾ ਹੈ ਨਿੱਜ ਘਰ ਦੀ। ਘਰ ਤੋਂ ਅੱਗੇ ਇੱਕ ਨਿੱਜ ਘਰ ਹੈਗਾ ਸਾਡਾ, ਉੱਥੇ ਸਤਿਗੁਰ ਨੂੰ ਵਡਾਈ ਮਿਲਦੀ ਹੈ। ਸਤਿਗੁਰ ਨੂੰ ਵਡਾਈ ਮਿਲਦੀ ਹੈ ਤਾਂ ਨਿੱਜ ਘਰ ਚ ਆਉਂਦਾ ਹੈ। ਜਿਹੜਾ ਮਨ ਹੈ ਉਹ ਤਾਂ ਔਕਟ ਚੋਂ ਕਿਸੇ ਦੀ ਪਿੱਛੇ ਉਹ ਮਿਊਟ ਹੋਣ ਵਾਲਾ। ਮੈਨੂੰ ਸੰਦੀਪ ਸਿੰਘ ਤੁਹਾਡਾ ਲੱਗਦਾ ਹੈ ਤੁਸੀਂ ਰੀਜੁਆਇਨ ਕਰੋ, ਉਹ ਤੁਹਾਡਾ ਬੈਂਡਵਿਡਥ ਦੀ ਪ੍ਰੋਬਲਮ ਆ ਰਹੀ ਹੈ, ਆਵਾਜ਼ ਜਿਹੜੀ ਆ ਰਹੀ ਹੈ ਮੈਨੂੰ ਲੱਗਦਾ ਤੁਹਾਡੀ ਹੋਈ ਆਵਾਜ਼। ਇਹ ਜਸਪਾਲ ਸਿੰਘ ਦਾ ਮਾਈਕ ਆਨ ਹੈ ਜੀ, ਤੁਸੀਂ ਮਿਊਟ ਕਰ ਲਓ ਭਾਜੀ। ਅੱਛਾ ਠੀਕ ਹੈ। ਮੇਰਾ ਕਿਸੇ ਹਾਂਜੀ ਹੁਣੇ ਹੋਇਆ ਮੇਰੇ ਤੇ
ਚਲੋ ਮੈਂ ਆਫ ਕਰ ਲੈਣਾ। ਹਾਂਜੀ ਠੀਕ ਹੈ ਜੀ। ਸੋ ਹੁਣ ਇੱਕ ਨਿਜ ਘਰ ਵਾਲਾ ਵੀ ਪਦ ਆਪਾਂ ਨੂੰ ਐਡਰੈਸ ਕਰਨਾ ਪਊਗਾ ਕਿ ਉਹ ਨਿਜ ਘਰ ਵਾਲੇ ਬਾਰੇ ਵੀ ਸਮਝਣਾ ਪਏਗਾ ਵੀ ਨਿਜ ਘਰ ਇੱਕ ਅਲਟੀਮੇਟ ਅਵਸਥਾ ਹੈ ਜਿਹੜੀ ਗੁਰਮਤਿ ਵਿੱਚ ਡਿਸਕ੍ਰਾਈਬਡ ਹੈ। ਸਾਨੂੰ ਘਰ ਦਾ ਵੀ ਪਤਾ ਹੋਣਾ ਚਾਹੀਦਾ ਹੈ, ਘਰ ਮੈਂ ਘਰ ਦਾ ਵੀ ਪਤਾ ਹੋਣਾ ਚਾਹੀਦਾ, ਤੇ ਨਿਜ ਘਰ ਦਾ ਵੀ ਪਤਾ ਹੋਣਾ ਚਾਹੀਦਾ, ਕਿਉਂਕਿ ਇਹ ਸ਼ਬਦਾਂ ਚੋਂ ਹੀ ਚੱਲਦਾ। ਦੂਸਰੀ ਗੱਲ ਹੈ ਵੀ ਨਿਜ ਘਰ ਦੇ ਵਿੱਚ ਸਤਿਗੁਰ ਨੂੰ ਵਡਿਆਈ ਜਦੋਂ ਮਿਲਦੀ ਹੈ ਤਾਂ ਉਹ ਨਿਜ ਘਰ ਚ ਆਇਆ। ਦੇਖੋ ਸਤਿਗੁਰ ਤੇ ਔਂਕੜ ਲੱਗਿਆ ਹੈ, ਦੇ ਰਿਹਾ ਕੋਈ ਵਡਿਆਈ, ਸਤਿਗੁਰ ਨੂੰ ਵਡਿਆਈ ਦੇਣ ਵਾਲਾ ਹੈ ਕੋਈ, ਉਹ ਸ਼ਬਦ ਹੁੰਦਾ। ਸ਼ਬਦ ਦੇ ਥਰੂ ਸਤਿਗੁਰ ਨੂੰ ਵਡਿਆਈ ਮਿਲਦੀ ਹੈ, ਜਿਹਨੂੰ ਆਪਾਂ ਕਹਿੰਦੇ ਚਾਰ ਪਦਾਰਥ ਪ੍ਰਾਪਤ ਹੋ ਗਏ। ਤੇ ਇਹਦਾ ਆਪਾਂ ਨੂੰ ਹੋਰ ਖੁਲਾਸਾ ਮਿਲ ਜਾਏਗਾ ਵੀ ਨਿਜ ਘਰ ਦੇ ਵਿੱਚ ਕੀ ਕੀ ਘਟ ਰਿਹਾ ਹੈ। ਇਸ਼ਾਰੇ ਹੀ ਹੈ, ਉਹਦੇ ਚੋਂ ਆਪਾਂ ਕੁਛ ਨਾ ਕੁਛ ਪਹਿਲਾਂ ਨਾਲੋਂ ਜ਼ਿਆਦਾ ਬੁੱਝ ਲਾਂਗੇ। ਸੋ ਇਹਦਾ ਜੇ ਆਪਾਂ ਦੇਖੀਏ ਇਸ ਤਰ੍ਹਾਂ ਮੈਨੂੰ ਨਕਸ਼ਾ ਸਮਝਾਇਆ ਵੀ ਘਰ ਮੈਂ ਨਿਜ ਘਰ ਪਾਇਆ ਸਤਿਗੁਰ ਦੇ ਵਡਾਈ। ਹੁਣ ਘਰ ਦੇ ਵਿੱਚ ਇੱਕ ਨਿਜ ਘਰ ਵੀ ਹੈਗਾ, ਉਹ ਤਾਂ ਪਤਾ ਲੱਗਿਆ ਜਦੋਂ ਪ੍ਰੋਸੈਸ ਇੱਥੋਂ ਸ਼ੁਰੂ ਹੋਇਆ। ਪਹਿਲਾਂ ਤਾਂ ਇਹ ਉਲਟਿਆ ਇੱਧਰ ਨੂੰ, ਤ੍ਰਿਕੁਟੀ ਛੱਡੀ ਤਾਂ 10ਵਾਂ ਦੁਆਰ ਖੁੱਲਿਆ। ਠੀਕ ਹੈ ਨਾ ਜੀ। 10ਵੇਂ ਦੁਆਰ ਤੋਂ ਫੇਰ ਇੱਥੇ ਸ਼ਬਦ ਸੁਣਿਆ ਆ ਕੇ। ਤ੍ਰਿਕੁਟੀ ਚ ਬਾਹਰ ਵੀ ਸੀ, ਇਹ ਬੇਨਮਾਜ਼ ਵੀ ਸੀਗਾ। ਤ੍ਰਿਕੁਟੀ ਛੱਡਣ ਨਾਲ ਇਹ ਨਮਾਜ਼ ਵਾਲਾ ਹੋ ਗਿਆ, ਨਵਾਜ਼ਿਸ਼ ਹੋ ਗਈ ਇਹਦੇ ਤੇ, ਫਿਰ ਇਹ ਤੇ ਕਿਰਪਾ ਹੋ ਗਈ। ਇਹ ਨਵਾਜਿਆ ਗਿਆ ਘਰ ਦੇ ਵਿੱਚ। ਨਵਾਜਣ ਵਾਲਾ ਜਿਹੜਾ ਸੀ, ਨਮਾਜ਼ ਅਸਲ ਚ ਮਨ ਨੇ ਪੜ੍ਹਨੀ ਹੁੰਦੀ ਹੈ। ਇਹ ਫਰੀਦ ਜੀ ਨੇ ਦੱਸਿਆ ਵੀ ਬੇਨਵਾਜਾ ਕੁੱਤਿਆ ਇਹ ਨਾ ਭਲੀ ਰੀਤ, ਕਭੀ ਚਲ ਨਾ ਆਇਆ ਅੰਜੇ ਵਕਤ ਮਸੀਤ। ਉਹ ਇਹਨੂੰ ਤ੍ਰਿਕੁਟੀ ਵਾਲੇ ਨੂੰ ਕਹਿੰਦੇ ਆ ਵੀ ਤੂੰ ਬੇਨਮਾਜ਼ ਹੈ ਨਾਲੇ ਕੁੱਤਾ, ਕਿਉਂਕਿ ਤੇਰਾ ਜਿਹੜਾ ਲਾਲਚ ਹੈ ਮਾਇਆ ਵੱਲ ਨੂੰ ਬਹੁਤਾ ਹੈ, ਕਰਨ ਪਿੱਛੇ ਤੂੰ ਉੱਠ ਕੇ ਦੌੜਦਾ। ਤੂੰ ਪਹਿਲਾਂ ਆਪਣੀ ਹਾਲਤ ਠੀਕ ਕਰ ਤੇ ਮਸੀਤ ਵਿੱਚ ਆ। ਅਸਲੀ ਮਸੀਤ ਚ ਆਉਣਾ ਸੀ, ਜਿਵੇਂ ਆਪਾਂ ਗੁਰਦੁਆਰੋਂ ਚ ਆਉਣਾ ਸੀ, ਉਹੀ ਗੱਲ ਹੈ। ਉਹ ਜਿਹੜੇ ਬਾਹਰ ਗੁਰਦੁਆਰੇ ਉਹਦਾ ਧਰਮਸ਼ਾਲਾ ਸੀ, ਉਹਦਾ ਦੱਸਦੇ ਸੀ। ਹੁਣ ਅਸੀਂ ਬਾਹਰ ਗੁਰਦੁਆਰੇ ਬਣਾ ਕੇ ਉੱਥੇ ਪੂਜਾ ਸ਼ੁਰੂ ਕਰ ਲਈ ਹੈ। ਇਹ ਸਾਡੀ ਵੀ ਉੱਥੇ ਹੀ ਗੱਲ ਆ ਗਈ ਹੈ, ਜਿਹੜੀ ਜਿਹਾਂ ਤੋਂ ਕਿ ਰੋਕਿਆ ਸੀ ਜੀ ਤੋਂ ਫਰੀਦ ਜੀ ਵੀ ਕਹਿੰਦੇ ਆ ਵੀ ਇਹ ਗੱਲ ਠੀਕ ਨਹੀਂ ਹੈ। ਸੋ ਬਾਹਰੋਂ ਜਿਵੇਂ ਹੁਣ ਆਪਾਂ ਧਰਮਸ਼ਾਲਾ ਲੱਗੀ ਹੋਈ ਹੈ ਆਪਣੀ, ਬਾਕੀ ਤੁਸੀਂ ਖੋਜ ਕਰਨੀ ਹੈ, ਆਪਣੇ ਮਨ ਨੂੰ ਮਨਾਉਣਾ, ਉਹ ਤਾਂ ਤੁਸੀਂ ਆਪ ਕਰਨਾ। ਆਪਾਂ ਤਾਂ ਕਿ ਸਿਰਫ ਬਹੁਤਾ ਇੱਕ ਮੋਟਾ ਜਿਹਾ ਆਈਡੀਆ ਦੇ ਰਹੇ ਹਾਂ ਵੀ ਇਸ ਤਰ੍ਹਾਂ ਦੇ ਇਸ਼ਾਰੇ ਹੈ ਭਾਈ। 3 ਟਰਮ ਸੁਣਨੀ ਹੈ, ਘਰ ਵੀ ਹੁੰਦਾ, ਇੱਕ ਨਿਜ ਘਰ ਹੁੰਦਾ ਹੈ। ਉਹ ਇੱਕ ਘਰ ਤ੍ਰਿਕੁਟੀ ਨੂੰ ਵੀ ਕਹਿੰਦੇ ਆ, ਤ੍ਰਿਕੁਟੀ ਵਿੱਚ ਆਹ ਹਾਲਤ ਸਮਝਾਈ ਹੋਈ ਹੈ, ਘਰ ਦੇ ਵਿੱਚ ਉਹ ਤੋਂ ਹਾਲਤ ਅੱਛੀ ਹੈ। ਨਿਜ ਘਰ ਦੇ ਵਿੱਚ ਸਭ ਤੋਂ ਸੁਪਰੀਮ ਹਾਲਤ ਹੈ। ਨਿਜ ਘਰ ਚ ਆਪਾਂ ਜਦ ਪੜ੍ਹਦੇ ਹਾਂ, ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬੋਹਰ ਨਾ ਹੋਏਗੋ ਫੇਰਾ। ਇੱਥੋਂ ਫਿਰ ਘੱਟ ਚ ਨਹੀਂ ਆਉਂਦਾ, ਇਹਦਾ ਮਤਲਬ ਇੱਥੋਂ ਇੱਥੇ ਨੂੰ ਘਾਟ ਹੈਗਾ। ਠੀਕ ਹੈ ਨਾ ਜੀ। ਉਹ ਜਦੋਂ ਕਹਿੰਦੇ ਨੇ ਵੀ ਘਾਟ ਤੇ ਚਲੇ ਗਿਆ, ਫਿਰ ਇੱਥੇ ਆਉਣ ਦਾ ਤਾਂ ਇਹਦਾ ਕੋਈ ਚਾਂਸ ਨਹੀਂ ਬਣਦਾ, ਫਿਰ ਅਬ ਘਟ ਚ ਨਹੀਂ ਆਉਂਦਾ ਕਦੇ ਵੀ। ਜਦ ਇੱਥੇ ਹੈਗਾ, ਇੱਥੋਂ ਇਹਦੀ ਮਾਈਗ੍ਰੇਸ਼ਨ ਪੋਸੀਬਲ ਹੈ। ਪਰ ਜਦ ਘਾਟ ਤੇ ਚਲੇ ਗਿਆ, ਇੱਥੇ ਨਿਜ ਘਰ ਚ ਚਲੇ ਗਿਆ, ਫਿਰ ਬੋਹਰ ਨਾ ਹੋਏਗਾ ਫੇਰਾ ਦੀ ਗਾਰੰਟੀ ਆਪਾਂ 16 ਬਾਣੀ ਚ ਰੋਜ਼ ਪੜ੍ਹਦੇ ਹਾਂ। ਸੋ ਇਸ਼ਾਰੇ ਆਪਾਂ ਨੂੰ ਇਸ ਪਾਸੇ ਨੂੰ ਲਿਜਾ ਰਹੇ ਆ। ਇਹ ਨਿਜ ਘਰ ਬਾਰੇ ਥੋੜੇ ਜਿਹੇ ਜਿੰਨੇ ਸ਼ਬਦ, 4 ਆਪਾਂ ਪੰਕਤੀਆਂ ਵੀ ਉਹਨੇ ਵਿੱਚ ਘਰ ਦੀ ਅਵਸਥਾ ਬਾਰੇ ਹੀ ਦੱਸਿਆ ਹੋਇਆ। ਨਿਜ ਘਰ ਵਾਸਾ ਪਾਇਆ, ਨਿਜ ਘਰ ਵਿੱਚ ਕੀ ਪ੍ਰਾਪਤੀ ਕਹਿੰਦੇ ਆ? ਹਰੀ ਹਰੀ ਨਾਮ ਸਮਾਇਆ। ਜਿਹੜਾ ਮੇਰਾ ਮੂਲ ਹੈਗਾ ਹਰੀ, ਜਿਹੜਾ ਕਿ ਪਹਿਲਾਂ ਘਟ ਚ ਸੀਗਾ, ਘਰ ਚ ਸੀਗਾ, ਉਹ ਹੁਣ ਨਿਜ ਘਰ ਚ ਚਲੇ ਗਿਆ। ਆਹ ਹਰੀ ਨਾਮ ਜਿਹੜਾ ਹੈਗਾ ਇਹ ਹੁਕਮ ਹੈ, ਉਹਦੇ ਵਿੱਚ ਹਰੀ ਜਾ ਕੇ ਸਮਾਉਂਦਾ। ਪੂਰਨ ਬ੍ਰਹਮ ਜਿਹੜਾ ਹੈਗਾ ਇਹ ਪੂਰਨ ਬ੍ਰਹਮ ਹੋ ਗਿਆ। ਪੂਰਨ ਬ੍ਰਹਮ ਤੇ ਜਦੋਂ ਹੋ ਗਏ 4 ਪਦਾਰਥ ਪੂਰੇ, ਇਹ ਹਰੀ ਨਾਮ ਚ ਸਮਾਇਆ ਹੋਇਆ। ਇਹ ਨਿਜ ਘਰ ਜਿਹੜਾ ਹੈਗਾ ਇਹ ਹੁਕਮ ਦੀ ਗੱਲ ਹੈ ਸਿੱਧੀ, ਇਹ ਪਰਮੇਸ਼ਰ ਵਾਲੀ ਅਵਸਥਾ ਹੈ। ਸਭ ਆਤਮ ਰਾਮ ਪਛਾਣਿਆ। ਜਿਨ੍ਹਾਂ ਨੇ ਵੀ ਆਤਮ ਰਾਮ ਨੂੰ ਪਛਾਣਿਆ, ਪਛਾਣਨ ਵਾਲਾ ਕੌਣ ਹੈ ਜੀ? ਆਇਡੈਂਟੀਟੀ ਕੌਣ ਹੈ ਜਿਹਨੇ ਪਛਾਣਨਾ ਸੀ? ਇਹ ਤਾਂ ਮਨ ਸੀਗਾ ਨਾ ਜੀ, ਮਨ ਨੇ ਪਛਾਣਿਆ ਨਾ। ਜੇ ਮਨ ਨੇ ਪਛਾਣ ਲਿਆ ਤਾਂ ਕਹਿੰਦੇ ਵੀ ਇਹ ਗੁਰਮਤਿ ਦਾ ਇਹੀ ਤੀਜਾ ਸੀਗਾ। ਮਨ ਨੇ ਪਛਾਣ ਲਿਆ ਆਪਣਾ ਆਤਮ ਰਾਮ। ਮਨ ਆਤਮਾ ਹੈਗੀ ਹੈ, ਆਤਮਾ ਨੇ ਆਤਮ ਰਾਮ ਨੂੰ ਪਛਾਣਿਆ। ਜਿਨ੍ਹਾਂ ਨੇ ਵੀ ਪਛਾਣਿਆ, ਸਭ ਜਿੰਨੇ ਭਗਤ ਹੋਏ ਆ, ਸਭ ਨੇ ਆਤਮ ਰਾਮ ਪਛਾਣਿਆ। ਔਰ ਉਹਦਾ ਜਿਹੜਾ ਸੋਰਸ ਹੈ ਉਹ ਸ਼ਬਦ ਭਾਖਿਆ ਹੈਗੀ ਆ। ਆਹ ਗੁਰਮਤਿ ਸ਼ਬਦ ਭਾਖਿਆ। ਇਹ ਗੁਰਮਤੀ
ਨਿਜਕਰ ਵਾਸ, ਗੁਰਮਤਿ ਤੋਂ ਬਿਨਾ ਨਿਜਕਰ ਵਿੱਚ ਵਾਸ ਨਹੀਂ ਪ੍ਰਾਪਤ ਹੁੰਦਾ। ਗੁਰਮਤਿ ਦਾ ਜਿਹੜਾ ਟੀਚਾ ਹੈਗਾ ਉਹ ਤੁਹਾਨੂੰ ਆਪਾਂ ਨੂੰ ਨਿਜਕਰ ਤੱਕ ਲਿਜਾਣ ਦਾ ਹੈਗਾ। ਸੋ ਗੁਰਮਤਿ ਜੇ ਮੰਨੀ ਹੈ ਤਾਂ ਇਹ ਆਪਣੇ ਮਨ 'ਚ ਹੋਣਾ ਚਾਹੀਦਾ ਵੀ ਅਸੀਂ ਨਿਜਕਰ 'ਚ ਜਾਣਾ, ਇਹ ਐਕਸਪੈਕਟਡ ਹੈ, ਇਹ ਇਹਦਾ ਇੱਕ ਮੰਤਵ ਹੈ ਵੀ ਅਸੀਂ, ਜਿਵੇਂ ਉਹ ਗੁਰੂ ਨਾਨਕ ਜੀ ਨੂੰ ਪੁੱਛਦੇ ਹੈ ਨਾ, ਕਵਣ ਤੁਮੇ ਕਿਆ ਨਾਉ ਤੁਮਾਰਾ, ਕੌਣ ਮਾਰਗ ਕੌਣ ਸੁਆਉ। ਸੁਆਉ ਸਾਡਾ ਆ ਹੈਗਾ, ਨਿਜ ਘਰ ਸਾਡਾ ਸੁਆਉ ਹੈ। ਹੁਣ ਆ ਇੱਥੇ ਹੋਰ ਵੀ ਗੱਲ ਦੇਖੋ, ਮਨ ਦੀ ਗੱਲ ਆਉਂਦੀ ਹੈ, ਨੌ ਦਾ ਠਾਕੇ, ਮਨ ਤਾਂ ਇਹਨਾਂ ਨੌਆਂ 'ਚ ਫਿਰਦਾ, ਠੀਕ ਹੈ ਨਾ ਜੀ। ਰਿਹਾ ਕੌਣ ਹੈ, ਧਾਵਤ ਰਹਾਏ, ਕੋਈ ਬੋਲ ਰਹੇ ਸੀ? ਹਾਂਜੀ, ਮਨ ਹੀ 9 ਦੁਆਰਿਆਂ ਵਿੱਚ ਦੌੜਿਆ ਫਿਰਦਾ ਸੀ, ਇਹਦੀ ਧਾਵਨਾ ਰੁਕ ਗਈ ਹੈ, ਹੁਣ 10ਵੇਂ 'ਚ ਆ ਗਿਆ। 9 ਛੱਡ ਕੇ 10ਵੇਂ 'ਚ ਆਇਆ, ਜੇ ਘਰ 'ਚ ਆਇਆ, ਘਰ ਤੋਂ ਫਿਰ ਤਾਂ ਨਿਜ ਘਰ 'ਚ ਗਿਆ। ਸੋ 10ਵੇਂ ਦੁਆਰ ਤੋਂ ਅੱਗੇ ਹੈ ਉਹ, ਪਰ ਤਾਂ ਹੀ ਲਿਖਿਆ ਕੀ ਸ਼ਬਦ ਹੈਗਾ, ਪਰਮ ਪੁਰਖ ਕੀ ਘਾਟੀ ਹੈ, 10ਵੇਂ ਦੁਆਰਾ ਅਗਮ ਅਪਾਰਾ, ਪਰਮ ਪੁਰਖ ਕੀ ਘਾਟੀ, ਜਿਹਨੂੰ ਕਹਿੰਦੇ ਆ ਅਵਕਟ ਘਾਟੀ ਰਾਮ ਕੀ, ਉਹ ਅਵਕਟ ਘਾਟੀ ਹੈ ਜਿਹਦੇ ਤੇ ਇਹਨੇ ਅਵਕਟ ਤੋਂ ਘੱਟ ਆਉਣ ਲਈ ਚੜ੍ਹਾਈ ਹੈ। ਉਹ ਚੜ੍ਹਾਈ ਜੇ ਚੜ੍ਹ ਸਕਦਾ ਹੈ, ਜੇ ਤਾਂ ਥੱਕ ਗਿਆ ਆਪਣੇ ਵਾਂਗੂ, ਹਨਾ, ਕੀ ਹੈਗਾ ਅਵਕਟ, ਬੈਲ ਇੱਕ ਥੱਕਿਆ, ਕੀ ਹੈ ਉਹ ਸ਼ਬਦ? ਨਹੀਂ, ਇੱਕ ਤਾਂ ਆਂਦਾ ਘਾਟਾ ਉਗਟ ਡੂੰਗਰ ਕਣਾ, ਇੱਕ ਨਿਰਗੁਣ ਰਾਮ ਹਮਾਰ, ਰਮਈਏ ਸੇ ਬੇਨਤੀ, ਮੇਰੀ ਪੂੰਜੀ ਰੱਖ ਮੇਰੀ ਮੁਰਾਦ, ਪੂੰਜੀ ਰੱਖ ਮੁਰਾਦ। ਹਾਂ, ਇੱਕ ਹੈਗਾ ਘਾਟੀ ਚੜ੍ਹਤ ਬੈਲ ਇੱਕ ਥਾਕਾ। ਅੱਗੇ ਕੀ ਹੈ? ਚਲੋ ਗੌਣ ਛਿਟਕਾਈ। ਹੁਣ ਜਿਹੜੀ ਗੌਣ ਹੈ, ਗੌਣ ਹੁੰਦਾ ਜਿਹਦੇ 'ਚ ਕੀ ਵਜਨ ਪਾਈਦਾ ਹੈਗਾ, ਦੋਹੇ ਪਾਸੇ ਨੂੰ ਹੁੰਦੀ। ਜਿਵੇਂ ਗਧੇ ਤੇ ਮੈਂ ਦੇਖਿਆ ਉਹ ਇੱਟਾਂ ਲੱਦਦੇ ਆ ਨਾ, ਉਹ ਹਾਫ ਐਂਡ ਹਾਫ ਰੱਖਦੇ ਵੀ ਚਲੋ ਉਹਨੂੰ ਚੜ੍ਹਾਈ ਚੜ੍ਹਨ 'ਚ ਔਖਾ ਨਾ ਹੋਵੇ, ਵੀ ਇੱਕ ਪਾਸੇ ਨੂੰ ਵਜਨ ਲਾਲੂ ਜਿਹਾ ਤੁਰੂਗਾ ਵਿਚਾਰਾ, ਨਹੀਂ, ਉਹ ਦੋਹੇ ਪਾਸੇ ਧਰਿਆ। ਉਹ ਕਹਿੰਦੇ ਵੀ ਐਸਾ ਮਨ ਸ਼ੈਤਾਨ ਹੈ, ਇਹਨੇ ਗੌਣ ਸਿੱਟਤੀ ਉੱਥੇ, ਜਿਹਦੇ ਵਿੱਚ ਹਿਰਦੇ 'ਚ ਸੰਭਾਲਣਾ ਸੀ, ਇਹਨੇ ਹੱਥੇ ਖੜੇ ਕਰਤੇ ਵੀ ਆਪਾਂ ਇਹ ਕੰਮੇ ਨਹੀਂ ਕਰਨਾ। ਸੋ ਉਹ ਜੇ 9 ਦੁਆਰਿਆਂ 'ਚੋਂ ਹਟੂਗਾ ਤਾਂ ਗੌਣ ਰਹੂਗੀ, ਜਾਂ 9 ਦੁਆਰਿਆਂ 'ਚ ਫਸਿਆ ਫਿਰ ਗੌਣ ਛਿਟਕਾ ਦਿੰਦਾ ਹੈ। ਸੋ ਇਹ ਗੱਲ ਕਲੀਅਰ ਹੈ ਵੀ 9 ਛੱਡ ਕੇ 10ਵੇਂ 'ਚ ਹੈ, 10ਵੇਂ ਤੋਂ ਫਿਰ ਨਿਜ ਘਰ 'ਚ ਪਹੁੰਚਣਾ, ਠੀਕ ਹੈ ਨਾ ਜੀ। ਇੱਥੇ ਦੇ ਇਹਦੇ ਕੋਲ ਇੱਕ ਵੀ ਪਦਾਰਥ ਨਹੀਂ ਹੈ 9 'ਚ, ਤਾਂ 10ਵੇਂ 'ਚ 2 ਪਦਾਰਥ ਆ ਗਏ, ਠੀਕ ਹੈ ਜੀ। ਫਿਰ 2 ਜਮਾ 2 ਜਿਹੜੇ ਮਿਲਨੇ ਸੀ, ਉਹ 4 ਨਿਜ ਘਰ 'ਚ ਵਾਸਾ ਪਾਏ। ਇਹਦਾ ਹੋਰ ਵੀ ਆਪਾਂ ਕੋਲ ਐਗਜ਼ਾਮਪਲ ਪੰਕਤੀ ਹੈਗੀ ਹੈ, ਜਿਹੜਾ ਕੁਛ ਆਪਾਂ ਨੂੰ ਹੋਰ ਇਸ਼ਾਰਾ ਨਹੀਂ। ਹਉਮੈ ਮਾਰੀ, ਹਉਮੈ ਮਨ ਕੋਲ ਹੈ, ਪਹਿਲਾਂ ਮੈਂ ਛੱਡੂਗਾ, ਕਮਲ ਪ੍ਰਗਾਸਾ, ਫਿਰ ਹਿਰਦਾ ਖਿੜ ਗਿਆ ਇਹਦਾ, ਫਿਰ ਅਨਹਦ ਵਾਜੇ, ਹੁਣ ਅਨਹਦ ਵੱਜਦੇ ਆ, ਨਿਜ ਘਰ ਦੇ ਵਿੱਚ ਅਨਹਦ ਵੱਜਦਾ ਇਹਦੇ ਅੰਦਰ, ਉਸ ਤੋਂ ਪਹਿਲਾਂ ਨਹੀਂ ਵੱਜਦਾ। 10ਵੇਂ ਦੁਆਰ 'ਚ ਜਾ ਕੇ ਫਿਰ ਜਦੋਂ ਨਿਜ ਘਰ 'ਚ ਪਹੁੰਚਦਾ, ਉੱਥੇ ਅਨਹਦ ਵੱਜ ਰਿਹਾ ਇਹਦੇ ਅੰਦਰ, ਉੱਥੇ ਇਹ ਸ਼ਬਦ, ਔਰ ਜਿਹੜਾ ਅਨਹਦ ਵਾਜਾ ਹੈਗਾ ਉਹ 4 ਪਦਾਰਥਾਂ ਵਾਲਿਆਂ ਦੇ ਅੰਦਰ ਵੱਜਦਾ। ਮੈਨੂੰ ਲੱਗਦਾ ਕਿ ਆਪਾਂ ਕਾਫੀ ਇਹ ਗੱਲ ਨੂੰ ਸਪਸ਼ਟ ਕਰ ਲਿਆ ਵੀ ਪਹਿਲਾਂ ਆਪਾਂ ਅਵਘਟ ਤੋਂ ਘਟ ਚਾਹੁੰਦੇ ਹਾਂ, ਘਟ ਤੋਂ ਗਾਹਾਂ ਕੋਈ ਫਿਰ ਪਰਮ ਘਟ ਵੀ ਹੈਗਾ ਜਿੱਥੇ ਪਹੁੰਚਣਾ, ਉਹਦਾ ਨਾਮ ਨਿਜ ਘਰ ਲਿਖਿਆ ਹੋਇਆ। ਉਹ ਘਰ ਔਰ ਘਰ ਮਹਿ ਘਰ ਔਰ ਨਿਜ ਘਰ ਦੇ ਥਰੂ ਚੱਲਦਾ। ਸੋ ਇਹ 4 ਪਦਾਰਥ ਜੋ ਗੁਰਮਤਿ ਨੇ ਸਮਝਾਏ ਆ, ਘਰ ਸ਼ਬਦ ਦੀ ਵਿਚਾਰ ਆਪਾਂ ਇਸ ਲਈ ਕੀਤੀ ਸੀ ਕਿ ਆਪਾਂ ਨੂੰ 4 ਪਦਾਰਥ ਦੀ ਸਮਝ ਆਈ ਜਾਵੇ। 4 ਪਦਾਰਥ ਦਾ ਆਪਾਂ ਏਮ ਲੈ ਕੇ ਚੱਲਦੇ ਹਾਂ। ਪਹਿਲਾ ਪਦਾਰਥ ਹੁੰਦਾ ਗਿਆਨ ਪਦਾਰਥ, ਜਿਹੜਾ ਕਿ ਸ਼ਬਦ 'ਚ ਹੁੰਦਾ, ਜਿਹੜਾ ਆਪਾਂ ਸ਼ਬਦ ਕਰਿਆ ਸੀ ਉਹ 'ਚ ਜਿਹੜਾ ਭਾਖਿਆ ਵਾਲਾ ਸ਼ਬਦ ਹੈ ਉਹ 'ਚ ਗਿਆਨ ਹੁੰਦਾ। ਉਹ ਗਿਆਨ ਮਨ ਨੇ ਲੈਣਾ, ਜਿਹਨੇ ਮਨ, ਜਿਹੜੇ ਤੇ ਜੀਵ ਨੇ ਗਿਆਨ ਲੈ ਲਿਆ ਮਨ ਨੇ, ਉਹਦੇ 9 ਦਰ 'ਚੋਂ ਸੁਰਤ ਰੁਕ ਜਾਂਦੀ ਹੈ, ਉਹਦੀ ਜਿਹੜੀ ਧਾਵਨਾ ਹੈ ਉਹ ਰੁਕ ਜਾਂਦੀ ਹੈ, ਉਹ 10ਵੇਂ 'ਚ ਟਿਕ ਜਾਂਦਾ। ਜਦੋਂ 10ਵੇਂ 'ਚ ਟਿਕ ਗਿਆ ਫਿਰ ਸਤਿਗੁਰ ਨੂੰ ਨਾਮ ਮਿਲਣਾ। ਮਨ ਨੂੰ ਗਿਆਨ ਹੀ ਮਿਲਣਾ ਸੀ, ਮਨ ਨੇ ਗਿਆਨ ਲੈ ਕੇ 2 ਪਦਾਰਥ ਆਪਣੇ ਪੂਰੇ ਕਰ ਲਏ, ਹੁਣ ਸਤਿਗੁਰ ਨੂੰ ਨਾਮ ਚਾਹੀਦਾ। ਇਹ ਨਾਮ ਪਰਮੇਸ਼ਰ ਦਿੰਦਾ, ਇਹ ਉਹਦੀ ਕਿਰਪਾ ਹੈਗੀ ਹੈ। ਸੋ ਜਪ ਕੇ ਆਪਾਂ 2 ਪਦਾਰਥ ਲਈਦੇ ਆ, ਫਿਰ ਆਰਾਧਨਾ ਕਰੀਦੀ ਹੈ। ਜਿਹੜੀ ਆਰਾਧਨਾ ਹੈ ਉਹ ਆਪਾਂ ਨੂੰ ਫਿਰ 4 ਪਦਾਰਥਾਂ ਤੱਕ ਲੈ ਜਾਂਦੀ ਹੈ। ਪਰ ਇਹ ਅੱਖਰਾਂ ਦੇ ਜਿਹੜੇ ਡਿਫਰੈਂਟ ਮੀਨਿੰਗ ਹੈ, ਕਿਉਂਕਿ ਅਸੀਂ 4 ਪਦਾਰਥ ਨਹੀਂ ਠੀਕ ਡਿਫਾਈਨ ਕੀਤੇ, ਉਹ ਸਾਡੀ ਜਿਹੜੀ ਡੈਫੀਨੇਸ਼ਨਸ ਹੈਗੀਆਂ ਉਹ ਸਾਰੀਆਂ ਸਾਨੂੰ
ਰੀਡਿਫਾਈਨ ਕਰਨ ਦੀ ਲੋੜ ਹੈ, ਹੋਰ ਕੋਈ ਐਡੀ ਬੜੀ ਆਪਾਂ ਉਹ ਨਹੀਂ ਕੀਤੀ ਹੋਈ। ਉਹਨਾਂ ਨੂੰ ਆਪਾਂ ਨੂੰ ਮੰਨ ਕੇ ਵੀ ਅਸੀਂ ਉਹ ਤੋਂ ਜਿੱਥੇ ਖੜੇ ਸੀ ਉਹ ਤੋਂ ਗਾਹਾਂ ਤੁਰੀਏ, ਉਹਦੇ 'ਚ ਸਾਨੂੰ ਫਾਇਦਾ ਰਹੂਗਾ। ਇਹ ਤਾਂ ਗਾਹਾਂ ਅੱਗੇ ਜੇ ਸਾਡੇ ਚੰਦਨ ਵਾਲੀ ਖੁਸ਼ਬੂ ਆਊਗੀ ਤਾਂ ਹੋਰਾਂ ਨੂੰ ਵੀ ਫਾਇਦਾ ਹੋਏਗਾ, ਹੋਰ ਮੱਤਾਂ ਨੂੰ ਵੀ ਆਪਾਂ ਗਿਆਨ ਦੇ ਸਕਦੇ। ਇਕੱਲਾ ਇਹ ਨਹੀਂ ਹੈ ਕਿ ਆਪਾਂ ਉਹ ਹੈ, ਇਹ ਚੀਜ਼ ਇਹੋ ਜਿਹੀ ਹੈ ਕਿ ਇਹ ਗਾਹਾਂ ਵੀ ਜਾਏਗੀ। ਸੋ ਇਹ ਤੋਂ ਜਿਹੜਾ ਅਗਲਾ ਕਨਸੈਪਟ ਹੈ ਆਪਣਾ, ਉਹ ਆਪਾਂ ਦੇਖਦੇ ਹਾਂ ਕੀ ਹੈਗਾ। ਇਹ ਆਪਣੀ ਪੌੜੀ ਹੁਣ ਇੱਥੇ ਪੂਰੀ ਹੋ ਰਹੀ ਹੈ, ਜਿਹੜੀ ਆਪਾਂ ਸ਼ੁਰੂ ਕੀਤੀ ਸੀ ਵੀ ਘੱਗਾ ਘਟ ਘਟੀ ਨਿਮਸੇ ਸੋਈ, ਘਟ ਫੂਟੇ ਘਟ ਕਵੇ ਨਾ ਹੋਈ, ਤਾਂ ਘਟ ਮੇ ਘਾਟ ਜੋ ਪਾਵਾ। ਇਹ ਆਪਾਂ ਹੁਣੇ ਕੀਤਾ ਵੀ ਘਾਟ ਜਿਹੜਾ ਸ਼ਬਦ ਹੈਗਾ ਇਹ ਨਿਜ ਘਰ ਲਈ ਆਉਂਦਾ, ਇਹ ਘਟ ਚੋਂ ਹੀ ਘਟ ਚ ਜਾਣਾ ਪੈਂਦਾ, ਘਟ ਚੋਂ ਜਾਂਦਾ ਫਿਰ ਸੋ ਘਟ। ਉਹ ਜਿਹੜਾ ਘਟ ਹੈਗਾ, ਜਿਹੜਾ ਘਾਟ ਤੇ ਪਹੁੰਚ ਗਿਆ ਹੈ, ਉਹ ਫਿਰ ਅਵਕਟ ਨੂੰ ਨਹੀਂ, ਅਵਕਟ ਉਹਦੇ ਚ ਸਮਾਪਤੇ ਹੋ ਗਿਆ, ਅਵਕਟ ਵਾਲੀ ਉਹਦੇ ਚ ਟੋਟਲੀ ਗੱਲ ਹੋ ਗਈ ਹੈ। ਫਿਰ ਉਹ ਨਿਜ ਘਰ ਮਹਿਲ ਪਾਉ ਸੁਖ ਸਹਿਜੇ, ਬੋਹਰ ਨਾ ਹੋਏਗਾ ਫੇਰਾ। ਫਿਰ ਉਹ ਚਾਰ ਪਦਾਰਥ ਵਾਲਾ ਦੁਬਾਰਾ ਜੋ ਮਾਇਆ ਵਿੱਚ ਜਨਮ ਨਹੀਂ ਧਾਰਦਾ। ਮਾਇਆ 'ਚ ਜਨਮ ਸਿਰਫ ਗਿਆਨ ਪੂਰਾ ਕਰਨ ਲਈ ਮਿਲਿਆ ਸੀ। ਜਿਨ੍ਹਾਂ ਨੂੰ ਗਿਆਨ ਪੂਰਾ ਕਰ ਲਿਆ, ਜਿਨ੍ਹਾਂ ਨੇ ਜਪ ਲਿਆ, ਉਹਨਾਂ ਨੇ ਫਿਰ ਆਰਾਧਨਾ ਕਰ ਲਈ, ਉਹ ਫਿਰ ਇਸ ਤੋਂ ਉਹ ਚੌਥੇ ਪਦ ਮੁਕਤ ਵੀ ਹੈ। ਹੁਣ ਜਿਹੜਾ ਅਗਲਾ ਆਪਾਂ ਕਨਸੈਪਟ ਕਰਨਾ ਉਹੀ ਦੇ ਰਿਲੇਟਿਡ ਹੀ ਹੈ, ਉਹ ਘਟ ਦੇ ਨਾਲ ਰਿਲੇਟ ਹੁੰਦਾ, ਉਹ ਹੈਗਾ ਸ਼ਬਦ ਅੰਤਰ। ਅੰਤਰ ਦੇ ਦੋ ਮੀਨਿੰਗ ਬੜੇ ਕਲੀਅਰ ਹੈ ਹਰੇਕ ਨੂੰ ਆਪਾਂ ਨੂੰ, ਵੀ ਇਹ ਫਾਸਲੇ ਨੂੰ ਕਹਿੰਦੇ ਆ ਵੀ ਕਿਸੇ ਨੇ ਅੰਤਰ ਸੇ ਜੀਤੇ ਹੈ, ਉਹ ਕਹਿੰਦਾ ਦੋ ਗੋਲਾਂ ਦਾ ਅੰਤਰ ਸੀਗਾ ਸਾਡਾ, ਪਤਾ ਸਾਨੂੰ ਉਹ ਡਿਫਰੈਂਸ ਦੀ ਗੱਲ ਹੈ। ਇੱਕ ਅਸੀਂ ਅੰਤਰ ਕਹਿੰਦੇ ਆ ਭੀਤਰ ਹੁੰਦਾ। ਇਹ ਦੋਹੇ ਮੀਨਿੰਗ ਮੇਨ ਇਹਦੇ ਹੈਗੇ ਆ। ਇੰਗਲਿਸ਼ ਡਿਕਸ਼ਨਰੀ ਕਰ ਲਈਏ, ਇੰਟੀਰੀਅਰ ਇਨਸਾਈਡ ਹੈ, ਇੱਕ ਹੈਗਾ ਡਿਫਰੈਂਸ ਤੇ ਡਿਸਟੈਂਸ। ਪਰ ਇੱਕ ਗੱਲ ਬੜੀ ਕਲੋਜ਼ ਰਿਲੇਟਡ ਹੈ, ਮਤਲਬ ਚਰਨਵੀਰ ਜੀ ਹੈ ਉਹ ਵਰਡਸ ਦਾ ਬੜਾ ਉਹ ਕਰਦੇ ਹੈ, ਇੰਟਰ ਤੇ ਅੰਤਰ ਰਿਲੇਟਡ ਲੱਗਦੇ ਹੈ ਚਰਨਵੀਰ ਜੀ। ਜਿਹੜਾ ਆਪਾਂ ਹਾਂਜੀ ਜੀ ਭਾਈ ਖਾਲਸਾ ਭਾਈ ਫਤਿਹ ਜੀ। ਫਤਿਹ ਜੀ, ਕੀ ਹਾਲ ਹੈ ਜੀ? ਸ਼ੁਕਰ ਹੈ ਜੀ। ਆ ਜਿਹੜਾ ਅੰਤਰ ਆਪਾਂ ਲਿਖਿਆ ਵੀਰ ਜੀ, ਇਹ ਔਰ ਆ ਇੰਟਰ, ਇਹ ਤਾਂ ਬਰਾਬਰ ਦੇ ਹੀ ਅੱਖਰ। ਮੈਨੂੰ ਤਾਂ ਸਿੱਖਿਆਰਥੀ ਦੇ ਤੌਰ ਤੇ ਹੀ ਇੱਥੇ ਰੱਖੋ ਤਾਂ ਠੀਕ ਹੈ, ਬਟ ਮੈਂ ਮੇਰਾ ਸਿਰਫ ਇਹ ਅੰਤਰ, ਜਿਵੇਂ ਆਪਾਂ ਇਹਨੂੰ ਬਾਣੀ ਦੇ ਹਿਸਾਬ ਨਾਲ ਖੋਲੀਏ ਤੇ ਮੈਨੂੰ ਕਈ ਵਾਰੀ ਜਾਪਦਾ, ਮੈਂ ਗਲਤ ਵੀ ਹੋ ਸਕਦਾ, ਕਿ ਇਹ ਫਾਸਲਾ ਵੀ ਨਹੀਂ ਹੈ ਔਰ ਅੰਤਰ ਵੀ ਨਹੀਂ ਹੈ। ਇਹਦਾ ਇੱਕ ਹੋਰ ਸੰਦਰਭ ਇਹ ਹੋ ਸਕਦਾ ਕਿ ਜਿਹੜਾ ਅੰਨ ਤਰਦਾ, ਤਰਨਾ ਮਤਲਬ ਸਵਿਮ ਕਰਦਾ, ਸਾਡੇ ਅੰਦਰ ਜਿਹੜੀ ਚੀਜ਼ ਰੌਂ ਹੈ, ਜਿਹੜੀ ਜੀਵਨ ਰੌਂ ਹੈ, ਉਹਦੇ ਤਰਨ ਨੂੰ ਵੀ ਸ਼ਾਇਦ ਅੰਤਰ ਕਿਹਾ ਹੋਵੇ। ਅੱਗੋਂ ਕਿਉਂਕਿ ਬਾਣੀ ਦੀ ਕੋਈ ਪੰਕਤੀ ਨਾਲ ਨਹੀਂ ਹੈਗੀ ਇਸ ਵਕਤ ਮੇਰੇ ਕੋਲ, ਪਰ ਵੀ ਕੈਨ ਟਾਕ ਔਨ ਦੈਟ। ਅੰਨ ਦਾ ਤਰਨਾ ਜਿਹੜਾ ਹੈਗਾ, ਅੰਤਰ ਜਿਹੜਾ ਅੰਤਰ ਤਰਨਾ ਹੈਗਾ, ਤਰ ਨੂੰ ਮੈਂ ਲੈ ਰਿਹਾ ਸਵਿਮਿੰਗ ਅੰਦਰ, ਰੌਂ ਜਿਹੜੀ ਸਰੀਰ ਦੇ ਅੰਦਰ ਰੌਂ ਚੱਲਦੀ ਹੈ, ਉਹ ਉਸ ਤੋਂ ਵੀ ਕੁਝ ਭਾਵ ਲਿਆ ਜਾ ਸਕਦਾ। ਠੀਕ ਹੈ, ਪਰ ਤੁਸੀਂ ਜੇ ਹੁਣ ਤੁਸੀਂ ਗੱਲ ਕੀਤੀ ਹੈ ਵੀ ਤਰ ਤੋਂ ਅੰਤਰ ਬਣਿਆ ਹੋਏਗਾ, ਇਹ ਵੀ ਲੱਗਦਾ ਤੁਹਾਨੂੰ ਵੀ ਤਰ ਮੂਲ ਵਰਡ ਹੈ, ਇਹਦੇ ਮੂਹਰੇ ਐੜਾ ਲਾ ਕੇ ਇਹਨੂੰ ਨੈਗੇਟਿਵ ਕਰਤਾ ਵੀ ਜਿਹੜਾ ਤਰ ਨਹੀਂ ਰਿਹਾ। ਤਰਨ ਵਾਲਾ ਇੱਕ ਹੋਰ ਹੈ, ਜਿਹੜੇ 'ਚ ਅੰਤਰ ਆ ਗਿਆ ਉਹ ਡੁੱਬਿਆ, ਉਹ ਮਤਲਬ ਤੈਰ ਨਹੀਂ ਰਿਹਾ, ਉਹ ਡੁੱਬਿਆ ਹੋਇਆ, ਇਸ ਤਰ੍ਹਾਂ ਵੀ ਕਹਿ ਸਕਦੇ? ਨਹੀਂ, ਇਹ ਪੋਜ਼ਿਟਿਵ ਨੈਗੇਟਿਵ ਵੀ ਨਹੀਂ ਹੈ, ਇਹ ਦੋਨੋਂ ਆਪਣੇ ਆਪ ਵਿੱਚ, ਅੰਨ ਵੀ ਆਪਣੇ ਆਪ ਵਿੱਚ ਇੱਕ ਸੰਪੂਰਨ ਜਾਣਨ ਵਾਲੀ ਚੀਜ਼ ਹੈ, ਔਰ ਤਰਨਾ ਵੀ ਆਪਣੇ ਆਪ ਵਿੱਚ ਇੱਕ ਜਾਣਨ ਵਾਲੀ ਚੀਜ਼ ਹੈ। ਤਰਨਾ ਇੱਕ ਪ੍ਰੋਸੈਸ ਹੈਗਾ ਜਿਹੜੀ ਰੌਂ ਅੰਦਰ ਚੱਲ ਰਹੀ ਹੈ, ਔਰ ਅੰਨ ਉਹ ਚੀਜ਼ ਹੈ ਜਿਹੜੀ ਉਹਦੇ ਰਾਹੀਂ ਅੰਦਰ, ਜਿਵੇਂ ਹੁਣ ਖੂਨ ਕਹਿੰਦੇ ਵੀ ਖੂਨ ਅੰਦਰ ਚੱਲ ਰਿਹਾ, ਸੋ ਖੂਨ ਆਪਣੇ ਆਪ ਵਿੱਚ ਇੱਕ ਸੰਪੂਰਨ ਜਾਣਕਾਰੀ, ਔਰ ਜਿਹੜਾ ਉਹਦੀ ਮੂਵਮੈਂਟ ਹੈ ਉਹ ਵੀ ਆਪਣੇ ਆਪ ਵਿੱਚ ਇੱਕ ਪੂਰਨ। ਸੋ ਉਸ ਪੱਖੋਂ ਲੱਗਦਾ ਕਿ ਅੰਨ ਔਰ ਤਰਨਾ ਪੋਜ਼ਿਟਿਵ ਨੈਗੇਟਿਵਿਟੀ ਵੀ ਨਹੀਂ ਹੈ, ਸਫਿਕਸ ਪਰਫਿਕਸ ਵੀ ਨਹੀਂ ਹੈ, ਦੋ ਆਪਣੇ ਆਪ ਵਿੱਚ ਇੰਡੀਵਿਜੂਅਲ ਚੀਜ਼ਾਂ ਹੈ ਜਿਹਨੂੰ ਮਹਾਰਾਜ ਨੇ ਕੰਬਾਈਨ ਕੀਤਾ। ਠੀਕ, ਬਟ ਦੈਟਸ ਜਸਟ ਅ ਥਾਟ। ਹਲੇ ਮੈਂ, ਕਿਉਂਕਿ ਗੁਰਬਾਣੀ ਦੀ ਜਿਹੜੀ
ਜਿਹੜੀ ਪੁਸ਼ਟੀ ਹੈ ਉਹ ਤਾਂ ਪੰਕਤੀਆਂ ਰਾਹੀਂ ਹੋ ਸਕਦੀ ਹੈ ਨਾ ਜੀ, ਹਲੇ ਤਾਂ ਅਸੀਂ ਹਾਂਜੀ ਸਿਰਫ ਠੀਕ ਹੈ, ਤੁਸੀਂ ਆਈਡੀਆ ਸੀਮਤ ਦਿੱਤਾ ਹਾਂ ਵਿਚ ਜੀ। ਇਜ਼ ਗੁੱਡ ਕਿ ਇਹਨੂੰ ਆਪਾਂ ਆਈਡੀਆ ਇਸ ਐਗਜ਼ੈਕਟਲੀ ਪੱਖੋਂ ਵੀ ਹਾਂ ਹਾਂ ਐਗਜ਼ੈਕਟਲੀ ਮਤਲਬ ਹਾਂ ਇਹਦੀ ਪੁਸ਼ਟੀ ਕੀਤੀ ਜਾ ਸਕਦੀ ਹੈ, ਇੱਕ ਹਾਈਪੋਥਸਿਸ ਹੈ ਠੀਕ ਹੈ ਕਿ ਇਹ ਆਪਣੇ ਆਪ ਵਿੱਚ ਨੈਗੇਟਿਵ ਵਰਡਸ ਨਹੀਂ ਹੈਗੇ, ਇਹ ਆਪਣੇ ਆਪ ਵਿੱਚ ਸੰਪੂਰਨ ਅੱਖਰ ਨੇ, ਦੋਨੋਂ ਅੰਨ ਵੀ ਔਰ ਤਰਨਾ ਵੀ, ਠੀਕ ਔਰ ਹੈ ਉਹਨੂੰ ਬਾਣੀ ਦੀ ਪੁਸ਼ਟੀ ਤੋਂ ਆਪਾਂ ਜ਼ਿਆਦਾ ਵਿਚਾਰ ਸਮਝੀ ਉੱਥੋਂ ਹੋ ਲਾਂਗੇ। ਸਕਦੀ ਹੈ ਜੀ। ਠੀਕ ਹੈ ਜੀ, ਹਾਂਜੀ ਹਾਂਜੀ ਬਹੁਤ ਮਿਹਰਬਾਨੀ ਜੀ। ਜਸਪਾਲ ਸਿੰਘ ਜੀ ਸ਼ੁਕਰ ਹੈ ਜੀ, ਤੁਸੀਂ ਸ਼ੁਕਰ ਹੈ। ਬੋਲਣਾ, ਜਸਪਾਲ ਸਿੰਘ ਜੀ ਕੁਝ ਕਹਿਣਾ ਸੀ? ਹਾਂਜੀ ਹਾਂਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਵਾਹਿਗੁਰੂ। ਇਹ ਜਿਹੜਾ ਅੰਤਰ ਆ ਨਾ ਰਾਰੇ ਨੂੰ ਔਂਕੜ ਵਾਲਾ, ਇਹ ਅੰਤਰ ਫਰਕ ਵਾਲਾ ਆ, ਜਿਹੜਾ ਫਰਕ ਦੇ ਜਿਹੜਾ ਆਪਾਂ ਨੂੰ ਡਿਫਰੈਂਸ ਦੱਸਦਾ ਹੈ ਨਾ, ਹਾਂਜੀ ਜਿਹੜਾ ਅੰਤਰ ਰਾਰੇ ਨੂੰ ਸਿਆਰੀ ਵਾਲਾ ਹੈ ਉਹ ਅੰਦਰ ਦੀ ਗੱਲ ਕਰਦਾ ਹੈ ਹਨਾ ਜੀ, ਉਹ ਸੰਬੰਧਕ ਕਰਕੇ ਆਇਆ ਹੈ ਅੰਤਰ ਵਿੱਚ ਕਿਸੇ ਚੀਜ਼ ਦੇ ਵਿੱਚ ਆਪਾਂ ਜਦੋਂ ਉਹਨੂੰ ਲਵਾਂਗੇ। ਜਿਹੜਾ ਅੰਤਰ ਮੁਕਤਾ ਆ, ਜਦੋਂ ਅੰਤਰ ਕੀ ਗਤ, ਉਹ ਲਫ਼ਜ਼ ਉੱਥੇ ਆਉਣਗੇ, ਅੰਤਰ ਕੀ ਗਤ, ਅੰਤਰਜਾਮੀ, ਅੰਦਰ ਦੇ ਜਾਮੀ, ਅੰਦਰ ਦੇ ਜਾਣਨ ਵਾਲੇ, ਉਹ ਅੰਦਰ ਦੇ ਨਾਲ ਦੇ ਦੀ ਸੰਬੰਧਕ ਵਿੱਚ ਆਏਗਾ। ਜਾਂ ਤੁਸੀਂ ਹੁਣੇ ਦੱਸਿਆ ਸੀ ਥੋੜੀ ਦੇਰ ਪਹਿਲਾਂ, ਕਾ ਕੇ ਕੀ ਦਾ ਦੇ ਦੀ ਨੂੰ ਨੌ ਕਰਕੇ ਉਹ ਸੰਬੰਧਕ ਲੱਗ ਕੇ ਜਦੋਂ ਲੁਪਤ ਸੰਬੰਧਕ ਆ ਜਾਂਦਾ, ਹਟ ਜਾਂਦਾ, ਉੱਥੇ ਔਂਕੜ ਹਟਣਾ ਜੀ। ਤੇ ਅੰਤਰ ਲਫ਼ਜ਼ ਆਪਣੇ ਆਪ ਦੇ ਵਿੱਚ ਉਹਦੀ ਡਿਫਰੈਂਸ ਵਾਲੀ ਇੱਕ ਦੀ ਹੈਗੀ ਹੈ ਡੈਫੀਨੇਸ਼ਨ, ਇੱਕ ਦੀ ਵਿੱਚ ਵਾਲੀ ਹੈ ਜੀ, ਵਿੱਚ ਵਾਲਾ ਜਿਹੜਾ ਸੰਬੰਧਕ ਹੈਗਾ। ਹਾਂਜੀ ਠੀਕ ਹੈ ਜੀ, ਮਿਹਰਬਾਨੀ। ਇਹਦੇ ਰਿਲੇਟਿਡ ਆਪਾਂ ਕੁਝ ਪੰਕਤੀਆਂ ਹੈ, ਆਪਾਂ ਨੂੰ ਅੰਦਾਜ਼ਾ ਲੱਗ ਜਾਏਗਾ ਵੀ ਕਿਹੜੀ ਕਿਹੜੀ ਸੈਂਸ 'ਚ ਵਰਡ ਆਇਆ, ਪਰ ਉਹ ਆਪਣੀ ਅਖੀਰੀ ਗੱਲ ਨਹੀਂ ਹੈ। ਉਹ ਗੱਲ ਆਪਾਂ ਜਿੱਥੇ ਤੱਕ ਕਹੋ ਉੱਥੇ ਤੱਕ ਵਿਚਾਰ ਸਕਦੇ ਹਾਂ, ਕਿਉਂਕਿ ਵਿਚਾਰ ਹੀ ਵਾਸਤੇ ਆਪਾਂ ਇਕੱਠੇ ਹੁੰਦੇ ਹਾਂ। ਜਿਹੜੇ ਮੈਂ ਮੇਨ ਘੱਟ ਜਿਵੇਂ ਬਣਤਰ ਹੈ ਅੱਖਰਾਂ ਦੀ, ਮੈਂ ਉਸ ਹਿਸਾਬ ਨਾਲ ਤੁਹਾਡੇ ਨਾਲ ਗੱਲ ਕਰ ਰਿਹਾ ਵੀ ਦੋ ਸ਼ਬਦ ਆਉਂਦੇ ਆ ਬੜੇ ਇੰਪੋਰਟੈਂਟ, ਜਿਵੇਂ ਲਿਖਾਈ ਲਿਖੀ ਹੋਈ ਹੈ, ਮੈਂ ਉਸ ਪੱਖੋਂ ਗੱਲ ਕਰ ਰਿਹਾ। ਇੱਕ ਆਉਂਦਾ ਘੱਟ ਤੇ ਇੱਕ ਘੱਟ ਦੇ ਨਾਲ ਅੰਤਰ ਸ਼ਬਦ ਆਉਂਦਾ। ਇਹ ਅਜੇ ਆਪਾਂ ਨਕਸ਼ਾ ਮਾਈਂਡ 'ਚ ਰੱਖਣਾ, ਉਹ ਆਪਾਂ ਪੰਕਤੀਆਂ ਦੇ ਜਾਂਦੇ, ਆਪਾਂ ਨਕਸ਼ੇ ਦੇ ਫੇਰ ਆ ਜਾਵਾਂਗੇ। ਹੁਣ ਆਹ ਬਣਤਰ ਹੈ ਗੁਰਬਾਣੀ ਵਿੱਚ ਇਹਨਾਂ ਸ਼ਬਦਾਂ ਦੀ ਜੋ ਆਪਾਂ ਨੂੰ ਲਿਖੀ ਹੋਈ ਪ੍ਰਾਪਤ ਹੁੰਦੀ ਹੈ, ਕਿ ਸਭ ਤੋਂ ਜ਼ਿਆਦਾ ਵਰਡ ਆਉਂਦਾ ਹੈ ਘੱਟ ਘੱਟ ਅੰਤਰ। ਇੱਥੇ ਦੋਹੇ ਮੁਕਤੇ ਆ। ਪਹਿਲਾਂ ਮੈਂ ਇਹਨੂੰ ਘੱਟ ਘੱਟ ਅੰਤਰ ਪੜ੍ਹਦਾ ਸੀ, ਪਰ ਮੈਨੂੰ ਹੁਣ ਥੋੜਾ ਜਿਹਾ ਲੱਗਦਾ ਕਿ ਮੈਂ ਸਹੀ ਨਹੀਂ ਸੀ ਪੜ੍ਹਦਾ, ਉਹ ਆਪਾਂ ਵਿਚਾਰ ਲਾਂਗੇ। ਤੇ ਬਾਕੀ ਕਿਤੇ ਵੀ ਇਹ ਸਿਹਾਰੀ ਨਾਲ ਹੀ ਆਏਗਾ ਘੱਟ ਘੱਟ ਅੰਤਰ। ਤੇ ਆਹ ਜਿਹੜਾ ਘੱਟ ਘੱਟ ਅੰਤਰ ਆਪਾਂ ਲਿਖੀਏ ਵੀ ਮੁਕਤਾ ਹੈਗਾ, ਇਹ ਕਦੇ ਨਹੀਂ ਆਇਆ ਗੁਰਬਾਣੀ 'ਚ, ਇਹ ਕੰਬੀਨੇਸ਼ਨ 'ਚ ਨਹੀਂ ਆਉਂਦਾ। ਨਾ ਘੱਟ ਘੱਟ ਅੰਤਰ ਦੇ ਨਾਲ ਔਂਕੜ ਲੱਗਦਾ, ਕਿਉਂਕਿ ਤਿੰਨੇ ਅੱਖਰ ਆ, ਆਪਾਂ ਤਿੰਨਾਂ ਦੀ ਦੇਖ ਲੈਂਦੇ ਹਾਂ। ਪਰ ਆਹ ਇੱਕ 5 ਜਗ੍ਹਾ ਘੱਟ ਘੱਟ ਅੰਤਰ ਸ਼ਬਦ ਆਉਂਦਾ, ਆਹ ਵਾਲਾ ਇੱਥੇ 5 ਜਗ੍ਹਾ ਆ। ਤੁਸੀਂ ਮੈਂ ਪੜ੍ਹ ਦਿੰਦਾ ਪੰਕਤੀਆਂ ਵੀ ਦੇਖ ਲੈਂਦੇ ਆ ਵੀ ਇਸ ਘੱਟ ਘੱਟ ਅੰਤਰ ਔਰ ਜਿਹੜਾ ਆਹ ਘੱਟ ਘੱਟ ਅੰਤਰ ਹੈ, ਕਿਆ ਇਹ ਰਿਲੇਸ਼ਨ 'ਚ ਚੱਲ ਰਹੇ ਹੈ, ਕੀ ਤੇ ਲਿਖਣ 'ਚ ਕਿਤੇ ਉਹ ਹੈਗੀ ਹੈ। ਕਿਉਂਕਿ ਇਸ ਦੀ ਇੱਕ ਹੋਰ ਪੁਸ਼ਟੀ ਮੈਂ ਦੇਖੀ ਹੈ ਵੀ ਇਹ ਪਹਿਲੀ ਵਾਰ ਜਿਹੜਾ ਘੱਟ ਘੱਟ ਅੰਤਰ ਸ਼ਬਦ ਹੈ 677 ਪੰਨੇ ਤੇ ਆ ਰਿਹਾ। ਪਿੱਛੇ ਜਿੰਨੇ ਘੱਟ ਘੱਟ ਅੰਤਰ ਸ਼ਬਦ ਆ ਰਹੇ ਆ ਉੱਥੇ ਨਹੀਂ, ਇਹ ਇੱਥੋਂ ਥੀਮ ਸ਼ੁਰੂ ਹੋਇਆ ਔਰ ਲਗਭਗ ਇੱਥੋਂ ਹੀ ਗਾਹਾਂ ਚੱਲਦਾ ਹੈ।